जी का खालसा वाहिगुरु जी की फतेह। संगत जी वेलकम। जी आया नू संगत जी। शुक्र है वाहिगुरु जी का, शुक्र है। तो संगत जी मुस्कुरांदियां होया बैठो, पहला तो मुस्कुरांदा चेहरा रखो। हाँ, सोहने लग रहे हो। सो अपना टॉपिक चल रहा है द लॉज ऑफ कर्मा। ਕਰਮਾਂ ਦੇ ਜਿਹੜੇ ਸਿਧਾਂਤ ਬਣੇ ਨੇ, ਕਾਨੂੰਨ ਨੇ, ਜਿਹੜੇ ਰੱਬੀ ਕਾਨੂੰਨ ਜਿਹੜੇ ਚੱਲੇ ਆ ਰਹੇ ਨੇ, ਵਿਦਵਾਨਾਂ ਨੇ ਅੱਜ ਬਹੁਤ ਖੋਜਾਂ ਕਰ ਲਈਆਂ ਨੇ। ਜਿਹੜੇ ਮਨ ਦੇ ਉੱਤੇ ਕੰਮ ਕਰਦੇ ਨੇ, ਫਿਲਾਸਫਰਸ ਨੇ, ਸਾਈਕੋਲੋਜਿਸਟ ਨੇ, ਤੇ ਗਹਿਰੀਆਂ ਖੋਜਾਂ ਕਰ ਕਰਕੇ ਉਹਨਾਂ ਨੇ ਸਾਨੂੰ ਰੱਬੀ ਕਾਨੂੰਨ ਦੱਸੇ ਨੇ। ਲੇਕਿਨ ਕਮਾਲ ਦੀ ਗੱਲ ਹੈ, ਸਾਡੇ ਜਿਹੜੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਪਹਿਲਾਂ ਹੀ ਇਹ ਕਾਨੂੰਨ ਜਿਹੜੇ ਨੇ ਦੱਸੇ ਹੋਏ ਨੇ, ਇਹ ਰੱਬੀ ਕਾਨੂੰਨ ਜਿਹੜੇ ਨੇ। ਪਰ ਅੱਛੀ ਗੱਲ ਹੈ, ਵਿਦਵਾਨਾਂ ਨੇ ਵੀ ਖੋਜਾਂ ਕੀਤੀਆਂ, ਦੱਸਿਆ। ਤੇ ਮੇਨ ਅੱਜ ਕੱਲ 12 ਲਾਜ਼ ਦੀ ਗੱਲ ਕਰਦੇ ਨੇ। ਪਿਛਲੀ ਵਾਰ ਅਸੀਂ ਉਹਨਾਂ ਦੇ ਸਾਰਿਆਂ ਦੇ ਨਾਮ ਲਏ ਸੀ, 12 ਦੀ ਮੇਨ ਕਰਦੇ ਨੇ, ਬਾਕੀ ਕਿੰਨਿਆਂ ਦੀ ਗੱਲ ਕਰ ਰਹੇ ਨੇ। ਤਾਂ 2 ਦਾ ਅਸੀਂ ਜਿਹੜਾ ਡਿਸਕਸ ਕਰ ਚੁੱਕੇ ਸੀਗੇ। ਇਹ ਸੰਗਤ ਜੀ, ਇਹ ਡਿਸਕਸ ਕਰਨ ਦਾ ਮਤਲਬ ਜਾਂ ਰੱਬੀ ਕਾਨੂੰਨ ਬਣਾਉਣ ਦਾ ਹੀ ਪਹਿਲਾਂ ਜਿਹੜਾ ਪਰਮਾਤਮਾ ਦੇ ਵਿਧਾਨ ਵਿੱਚ ਬਣੇ ਹੀ ਹੋਏ ਨੇ, ਇਹ ਸਾਰਿਆਂ ਦਾ ਮਕਸਦ, ਪਰਪਸ ਇੱਕੋ ਹੀ ਹੈ ਕਿ ਸਾਡੀ ਗਰੋਥ ਹੋ ਜਾਵੇ, ਸਾਡੀ ਸੈਲਫ ਜਿਹੜੀ ਹੈ, ਸਾਡੀ ਸੋਲ ਦੀ ਜਿਹੜੀਆਂ ਮੈਲਾਂ ਸਾਡੇ ਉੱਤੇ ਚੜੀਆਂ ਹੋਈਆਂ ਨੇ ਉਹ ਉਤਰ ਜਾਣ, ਤੇ ਅਸੀਂ ਹੈ ਹੀ ਜਿਹੜੇ ਰੱਬ ਦੇ ਅੰਸ਼ ਆ, ਆਪਣੇ ਅਸਲੀ ਰੂਪ ਵਿੱਚ ਅਸੀਂ ਪਹੁੰਚ ਪਾਈਏ, ਆਪਣੇ ਸਰੂਪ ਵਿੱਚ ਪਹੁੰਚ ਪਾਈਏ, ਆਤਮ ਰਸੀਏ ਹੋ ਪਾਈਏ। ਇਹੀ ਪਰਪਸ ਆ। ਤੇ ਸਾਡਾ ਵਿਚਾਰਾਂ ਕਰਨ ਦਾ ਵੀ ਇਹੀ ਪਰਪਸ ਹੈ। ਅਸੀਂ ਮਿਲ ਕੇ, ਰਲ ਮਿਲ ਕੇ ਵਿਚਾਰਾਂ ਕਰਕੇ, ਗੁਰਬਾਣੀ ਵਿੱਚੋਂ ਸੇਧਾਂ ਲੈ ਲੈ ਕੇ ਆਪਣੇ ਮਨ ਦੀਆਂ ਮੈਲਾਂ ਉਤਾਰੀਏ, ਤਾਂ ਕਿ ਅਸੀਂ ਆਪਣੀ ਜਿਹੜੀ ਹੈ ਜ਼ਿੰਦਗੀ ਨੂੰ ਅਸੀਂ ਵਧੀਆ ਇੰਜੋਏ ਕਰ ਪਾਈਏ। ਇੱਕ ਹੁੰਦਾ ਜੀ ਜਾਣਾ ਜੀਵਨ, ਇੱਕ ਹੁੰਦਾ ਹੈ ਖਿਲਿਆ ਖਿਲਿਆ ਅਸੀਂ ਜੀਵਨ ਜੀਏ ਔਰ ਆਪਣੀ ਪ੍ਰੋਗਰੈਸ ਕਰੀਏ ਖੂਬ। ਤੋਂ ਪਿਛਲੀ ਵਾਰ 2 ਕਾਨੂੰਨ ਅਸੀਂ ਦੇਖੇ ਸੀਗੇ, ਜਿਹੜੇ ਸੀਗੇ ਦ ਲਾਅ ਆਫ ਕਾਜ਼ ਐਂਡ ਇਫੈਕਟ, ਤੇ ਦੂਸਰਾ ਸੀ ਦ ਲਾਅ ਆਫ ਕ੍ਰੀਏਸ਼ਨ। ਤੇ ਕਾਜ਼ ਐਂਡ ਇਫੈਕਟ ਵਿੱਚ ਅਸੀਂ ਦੇਖਿਆ ਵੀ ਜੋ ਅਸੀਂ ਬੀਜ ਬੀਜਦੇ ਹਾਂ ਉਹਦਾ ਹੀ ਸਾਨੂੰ ਫਲ ਜਿਹੜਾ ਮਿਲਦਾ ਹੈ। ਤੇ ਅੱਜ ਅਸੀਂ ਜਿੱਥੇ ਵੀ ਖੜੇ ਹਾਂ, ਆਪਣੇ ਹੀ ਬੀਜਿਆ ਕਰਮਾਂ ਦਾ ਫਲ ਹੀ ਸਾਡੇ ਕੋਲ ਆਇਆ ਹੋਇਆ ਹੈ। ਤੇ ਦੂਸਰਾ ਲਾਅ ਆਫ ਕ੍ਰੀਏਸ਼ਨ ਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਹੁਣ ਸਾਨੂੰ ਇਹ ਸਮਝ ਲੱਗ ਗਈ ਵੀ ਜਦੋਂ ਮੈਂ ਹੀ ਨਿਰਮਾਤਾ ਹਾਂ, ਵੀ ਜੋ ਮੈਂ ਬੀਜਿਆ ਉਹੀ ਮੇਰੇ ਕੋਲ ਆ ਰਿਹਾ, ਤੇ ਫਿਰ ਮੈਂ ਕਿਉਂ ਨਾ ਹੁਣ ਮੈਂ ਚੰਗਾ ਬੀਜਣਾ ਸ਼ੁਰੂ ਕਰ ਦੇਵਾਂ, ਮੈਂ ਨਿਰਮਾਣ ਹੀ ਵਧੀਆ ਕਰ ਦੇਵਾਂ, ਜਿਹਦੇ ਨਾਲ ਕਿ ਮੇਰੀ ਗਰੋਥ ਵਧੀਆ ਹੋ ਜਾਵੇ, ਮੈਂ ਜੀਵਨ ਆਪਣਾ ਵਧੀਆ ਸੁਖੀ ਜੀਵਨ ਜੀ ਪਾਵਾਂ। ਤੇ ਔਰ 3 ਤਰ੍ਹਾਂ ਕਰਕੇ ਜਿਹੜੇ ਕਰਮਾਂ ਦੇ ਬੀਜ ਬੀਜੇ ਜਾਂਦੇ ਨੇ, ਮਨ, ਬਚਨ, ਕਰਮ। ਸਾਡੀ ਸੋਚ ਕਰਕੇ, ਜੋ ਅਸੀਂ ਅੰਦਰ ਸੋਚ ਰਹੇ ਹਾਂ, ਔਰ ਦੂਸਰਾ ਜੋ ਅਸੀਂ ਸ਼ਬਦਾਂ ਦੇ ਦੁਆਰਾ ਜਿਹੜੀ ਵਾਰਤਾਲਾਪ ਕਰ ਦਿੰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਇਹ ਵੀ ਬੀਜ ਬੀਜੇ ਜਾਂਦੇ ਨੇ, ਅਸੀਂ ਬੋਲ ਕੀ ਰਹੇ ਹਾਂ। ਤੀਸਰਾ ਜਿਹੜਾ ਸਾਡੇ ਐਕਸ਼ਨਸ ਦੇ ਥਰੂ ਜਿਹੜੇ ਅਸੀਂ ਕਰਮ ਕਰ ਹੀ ਲੈਂਦੇ ਹਾਂ। ਸੋ ਬਸ ਇਹ 3 ਚੀਜ਼ਾਂ ਦੇ ਉੱਤੇ ਪਹਿਰਾ ਦੇਣਾ, ਤਿੰਨਾਂ ਦੇ ਉੱਤੇ ਅਸੀਂ ਧਿਆਨ ਦੇਈ ਜਾਣਾ। ਇਹ ਕਰਮਾਂ ਦਾ ਜਦੋਂ ਅਸੀਂ ਸਮਝ ਰਹੇ ਹਾਂ, ਕਰਮ ਅਸੀਂ ਸਾਰਾ ਜੀਵਨ ਕਰਦੇ ਹੀ ਰਹਿਣਾ, ਤਾਂ ਬਸ 3 ਚੀਜ਼ਾਂ ਦੇ ਉੱਤੇ ਪਹਿਰਾ ਅਸੀਂ ਦੇ ਹੀ ਜਾਣਾ ਹੈ। ਤਾਂ ਇਹਦੇ ਵਿੱਚ ਅਸੀਂ ਹੋਰ ਵੀ ਦੇਖੇ ਸੀ ਸਿਧਾਂਤ, ਤਾਂ ਕਿ ਸਾਨੂੰ ਯਾਦ ਰਹਿ ਜਾਣ ਕਿ ਜੋ ਅਸੀਂ ਬੀਜਾਂਗੇ ਉਹੀ ਅਸੀਂ ਵੱਢਾਂਗੇ। ਸੋ ਕੌੜੇ ਬੀਜ ਬੀਜਾਂਗੇ, ਕੌੜੇ ਫਲ ਆਉਣਗੇ, ਮਿੱਠੇ ਬੀਜ ਬੀਜਾਂਗੇ, ਮਿੱਠੇ ਫਲ ਆਉਣਗੇ। ਅੰਬ ਬੀਜਾਂਗੇ, ਅੰਬ ਆਏਗਾ, ਨਿੰਮ ਬੀਜਾਂਗੇ, ਨਿੰਮ ਆਏਗੀ, ਕੰਡੇ ਬੀਜਾਂਗੇ, ਕੰਡੇ ਆਉਣਗੇ। ਸੋ ਜੋ ਬੀਜਾਂਗੇ ਉਹੀ ਆਵੇਗਾ। ਦੂਸਰਾ, ਜੋ ਬੀਜਿਆ ਹੈ ਉਸ ਤੋਂ ਕਿੰਨੇ ਗੁਣਾ ਜ਼ਿਆਦਾ ਫਲ ਮਿਲਦਾ, ਕਿਉਂਕਿ ਇੱਕ ਬੀਜ ਬੀਜੋ, ਉਹਨੂੰ ਫਿਰ ਕਿੰਨੇ ਫਲ ਅੱਗੇ ਜਿਹੜੇ ਨੇ ਲੱਗ ਜਾਂਦੇ ਨੇ। ਔਰ ਉਸਦਾ ਫਲ ਕਦੋਂ ਆਵੇਗਾ, ਕਿਹੜੇ ਸਮੇਂ ਆਵੇਗਾ, ਇਹ ਸਾਨੂੰ ਕੁਝ ਵੀ ਨਹੀਂ ਪਤਾ। ਸਾਨੂੰ ਨਹੀਂ ਪਤਾ ਕੁਝ ਵੀ। ਬਾਹਰੀ ਤਾਂ ਅਸੀਂ ਪਲਾਂਟਸ ਲਗਾਉਂਦੇ ਨਾ, ਬੀਜ ਉਹਦਾ ਪਤਾ ਹੁੰਦਾ ਵੀ ਇਹ ਸਾਲ ਨੂੰ ਗਰੋ ਹੋ ਜਾਣਾ, 5 ਸਾਲਾਂ ਨੂੰ ਜਾਂ 1 ਮਹੀਨੇ ਨੂੰ, ਪਰ ਇਹ ਕਰਮਾਂ ਦਾ ਸਾਨੂੰ ਇਹਦਾ ਕੁਝ ਵੀ ਨਹੀਂ ਪਤਾ ਕਿ ਕਦੋਂ ਵੀ ਇਹਦਾ ਫਲ ਜਿਹੜਾ ਔਰ ਕਿੰਨਾ ਫਲ ਮਿਲੇ, ਇਹ ਵੀ ਸਾਨੂੰ ਨਹੀਂ ਪਤਾ। ਔਰ ਨਾਲ ਇਹਦਾ ਸਾਰਿਆਂ ਦੇ ਇੰਟੈਂਸ਼ਨ ਜ਼ਰੂਰ ਦੇਖੀ ਜਾਂਦੀ ਹੈ। ਕਈ ਵਾਰ ਬਾਹਰੋਂ ਦੇਖਣ ਨੂੰ ਲੱਗਦਾ ਹੁੰਦਾ ਕਰਮ ਕਿ ਉਹ ਠੀਕ ਨਹੀਂ ਆ, ਲੇਕਿਨ ਅੰਦਰ ਇੰਟੈਂਸ਼ਨ ਜਿਹੜੀ ਬੜੀ ਅੱਛੀ ਹੁੰਦੀ ਹੈ। ਜਿਵੇਂ ਆਪਾਂ ਦੱਸਿਆ ਵੀ ਸੀ ਕਿ ਮਾਂ ਬੱਚੇ ਨੂੰ ਜਿਹੜਾ ਹੈ ਉਹ ਲੱਗਦਾ ਵੀ ਇਹ ਝੂਠ ਬੋਲ ਰਹੀ ਹੈ, ਲੇਕਿਨ ਉਹਦਾ ਕਲਿਆਣ ਕਰ ਰਹੀ ਹੁੰਦੀ ਆ। ਉਹ ਮਿੱਠੀ ਦਵਾਈ ਦੇ ਕਹਿ ਕੇ ਸੋ ਕੌੜੀ ਦਵਾਈ ਦੇ ਦਿੰਦੀ ਹੈ। ਸੋ ਉਹ ਕੌੜੀ ਦੇਣ ਪਿੱਛੇ ਵੀ ਬੱਚੇ ਦਾ ਕਲਿਆਣ ਹੁੰਦਾ ਹੈ। ਸੋ ਇਸ ਤਰ੍ਹਾਂ ਇੰਟੈਂਸ਼ਨ ਦੇਖੀ ਜਾਂਦੀ ਹਰ ਕਰਮ ਦੇ ਪਿੱਛੇ। ਹੁਣ ਅਸੀਂ ਅੱਗੇ ਵਧੀਏ। ਅੱਗੇ ਅਗਲਾ ਕਾਨੂੰਨ ਜਿਹੜਾ ਹੈਗਾ ਆ, ਦ ਲਾਅ ਆਫ ਹਿਊਮਿਲਿਟੀ, ਨਿਮਰਤਾ ਦਾ ਕਾਨੂੰਨ। ਨਿਮਰਤਾ ਦਾ
ਇਹ ਬਹੁਤ ਵੱਡਾ ਕਾਨੂੰਨ ਹੈ। ਕਾਨੂੰਨ ਤਾਂ ਸਾਰੇ ਹੀ ਮਤਲਬ ਵੱਡੇ ਹੀ ਵੱਡੇ ਨੇ ਸਾਰੇ ਕਾਨੂੰਨ, ਪਰ ਇਹ ਕਾਨੂੰਨ ਦੇ ਬਾਰੇ ਕਿਹਾ ਗਿਆ ਹੈ ਕਿ ਮਾਸਟਰ ਕੀ ਹੈ ਸਾਡੇ ਕਲਿਆਣ ਦੀ, ਸਾਡੀ ਗਰੋਥ ਦੀ, ਆਪਣੇ ਸਰੂਪ ਤੱਕ ਪਹੁੰਚਣ ਦੇ ਲਈ ਇਹ ਮਾਸਟਰ ਕੀ ਹੈ? ਵਿਨਮਰਤਾ, ਨਿਮਾਣੇ ਹੋ ਜਾਣਾ, ਨਿਮਰਤਾ ਵਿੱਚ ਆ ਜਾਣਾ। ਇਹਦੇ ਵਿੱਚ ਦੋ ਚੀਜ਼ਾਂ ਦੇਖਣੀਆਂ ਪੈਣੀਆਂ, ਇੱਕ ਬਾਹਰੀ ਤੇ ਇੱਕ ਅੰਦਰੂਨੀ, ਵੀ ਕਿਵੇਂ ਅਸੀਂ ਨਿਮਰਤਾ ਦੇ ਵਿੱਚ ਜਾਣਾ। ਇਹ ਸਿਧਾਂਤ ਸਾਨੂੰ ਕੀ ਸਿਖਾਉਂਦਾ ਆ, ਕਿਵੇਂ ਅਸੀਂ ਨਿਮਾਣੇ ਹੋ ਸਕਦੇ ਹਾਂ। ਇਹਦੇ ਵਿੱਚ ਇਹ ਕਹਿੰਦੇ ਨੇ ਵੀ ਪਹਿਲਾਂ ਤਾਂ ਜੋ ਵੀ ਆਪਣੇ ਆਪ ਨੂੰ ਦੇਖੋ, ਜੋ ਵੀ ਤੁਹਾਡੇ ਹਾਲਾਤ ਨੇ, ਪਰਿਸਥਿਤੀਆਂ ਨੇ, ਬਾਹਰੀ ਰੂਪ ਵਿੱਚ ਵੀ ਔਰ ਅੰਦਰ ਦੇ ਵੀ ਆਪਣੇ ਹਾਲਾਤ ਦੇਖੋ। ਕਿਉਂਕਿ ਕਈ ਵਾਰ ਬਾਹਰੋਂ ਗਰੀਬੀ ਹੁੰਦੀ, ਦੁੱਖ ਮਤਲਬ ਰੋਗ ਆ ਜਾਂਦੇ ਨੇ, ਕੋਈ ਮੁਸੀਬਤਾਂ ਆ ਜਾਂਦੀਆਂ ਨੇ, ਲੇਕਿਨ ਅੰਦਰੋਂ ਬੰਦਾ ਸਟੇਬਲ ਹੁੰਦਾ। ਔਰ ਕਈ ਵਾਰ ਬਾਹਰੋਂ ਸਾਰੀ ਸੁੱਖ ਸੁਵਿਧਾ ਹੁੰਦੀ ਹੈ, ਅੰਦਰੋਂ ਨੀਂਦ ਵੀ ਨਹੀਂ ਆਉਂਦੀ, ਅਸ਼ਾਂਤ ਹੁੰਦਾ, ਦੁਖੀ ਹੁੰਦਾ। ਸੋ ਇਹ ਦੋਨੋਂ ਤਰ੍ਹਾਂ ਦੇ ਨਾਲ ਦੇਖਣਾ, ਤਾਂ ਜਾ ਕੇ ਨਿਮਰਤਾ ਵਿੱਚ ਪਹੁੰਚਿਆ ਜਾਏਗਾ। ਤੋ ਪਹਿਲਾਂ ਤਾਂ ਜੋ ਵੀ ਹਾਲਾਤ ਪਰਿਸਥਿਤੀਆਂ ਆਏ ਨੇ ਉਹਨਾਂ ਨੂੰ ਦੇਖਣਾ, ਔਰ ਦੇਖ ਕੇ ਉਹਦੇ ਵਿੱਚ ਇਹਨੂੰ ਸਵੀਕਾਰ ਕਰਨਾ ਵੀ ਇਹ ਮੇਰੇ ਹੀ ਕਾਰਨ ਹੈ। ਪਹਿਲਾ ਕਾਨੂੰਨ ਨਾਲ ਹੀ ਚੱਲੇਗਾ ਸਭ ਤੋਂ, ਕਾਜ਼ ਐਂਡ ਇਫੈਕਟ ਵਾਲਾ ਕਾਨੂੰਨ ਤਾਂ ਹਰ ਜਗ੍ਹਾ ਹੀ ਚੱਲੀ ਜਾਣਾ ਹੈ ਨਾਲ, ਵੀ ਮੈਂ ਹੀ ਬੀਜ ਬੀਜੇ ਸਨ, ਉਸਦੇ ਹੀ ਕਾਰਨ ਜੋ ਵੀ ਹਾਲਾਤ ਪਰਿਸਥਿਤੀਆਂ ਮੇਰੇ ਜੀਵਨ ਵਿੱਚ ਆਏ ਨੇ। ਨਹੀਂ ਤਾਂ ਅਸੀਂ ਫਿਰ ਉਹ ਮੰਨਦੇ ਨਹੀਂ ਆ ਆਪਣੇ ਹੰਕਾਰ ਵਿੱਚ ਵੀ, ਮੈਂ ਤਾਂ ਇੰਨਾ ਚੰਗਾ ਕਰਦਾ, ਫਿਰ ਮੇਰੇ ਨਾਲ ਕਿਉਂ? ਅਸੀਂ ਇਹਦੇ ਵਿੱਚ ਹੀ ਰਹਿ ਜਾਂਦੇ ਹਾਂ। ਸੋ ਸਾਨੂੰ ਸਮਝ ਲੱਗੇ ਕਿ ਮੈਂ ਹੀ ਕੁਛ ਬੀਜਿਆ ਸੀ, ਜਿਹਦੇ ਕਾਰਨ ਇਹ ਜੀਵਨ ਮੇਰੇ ਵਿੱਚ ਜੀਵਨ ਦੇ ਵਿੱਚ ਆਇਆ। ਔਰ ਇਹ ਤਾਂ ਹੋ ਗਿਆ ਬਾਹਰੀ ਹਾਲਾਤ। ਹੁਣ ਅੰਦਰੂਨੀ ਹਾਲਾਤ ਦੇ ਵਿੱਚ ਵੀ ਆਪਣੇ ਆਪ ਨੂੰ ਸਵੀਕਾਰ ਕਰਨਾ, ਆਪਣੀਆਂ ਕਮੀਆਂ ਕਮਜ਼ੋਰੀਆਂ ਨੂੰ ਦੇਖਣਾ। ਹਾਂ, ਮੈਂ ਵਿਕਾਰਾਂ ਵਿੱਚ ਫਸਿਆ ਹਾਂ, ਪਹਿਲਾਂ ਇਹਨੂੰ ਐਕਸੈਪਟ ਕਰਨਾ, ਪਹਿਲਾਂ ਇਹਨੂੰ ਸਵੀਕਾਰ ਕਰਨਾ। ਕਾਮ ਵਾਸਨਾ ਮੈਨੂੰ ਸਤਾਉਂਦੀ ਹੈ, ਇਹਨੂੰ ਸਵੀਕਾਰ ਕਰਨਾ। ਕ੍ਰੋਧ ਤੇ ਮੇਰਾ ਕੰਟਰੋਲ ਨਹੀਂ, ਹਾਂ ਮੇਰੇ ਵਿੱਚ ਇਹ ਕਮਜ਼ੋਰੀ ਹੈ, ਇਹਨੂੰ ਮੈਂ ਸਵੀਕਾਰ ਕਰਨਾ ਹੈ। ਲੋਭ ਵੀ ਮੈਨੂੰ ਸਤਾਉਂਦਾ ਆ, ਲੋਭ ਦੇ ਕਾਰਨ ਮੈਂ ਗਲਤ ਕਰਮ ਵੀ ਕਰ ਦਿੰਦਾ, ਗਲਤ ਤਰੀਕੇ ਨਾਲ ਕਮਾਉਂਦਾ ਹਾਂ। ਹਾਂ, ਮੈਂ ਇਹਨੂੰ ਸਵੀਕਾਰ ਕਰਦਾ ਵੀ ਇਹ ਮੇਰੀ ਕਮਜ਼ੋਰੀ ਹੈ, ਇਹਦੇ ਨਾਲ ਮੇਰੀ ਗਰੋਥ ਨਹੀਂ ਹੋ ਰਹੀ। ਮੋਹ ਦੇ ਵਿੱਚ ਮੈਂ ਫਸਿਆ ਹੋਇਆ, ਇਹ ਮੇਰੀ ਕਮਜ਼ੋਰੀ ਹੈ, ਕਮੀ ਹੈ, ਮੈਂ ਇਹਨੂੰ ਸਵੀਕਾਰ ਕਰਦਾ। ਮੈਂ ਹੰਕਾਰ ਵਿੱਚ ਹਾਂ, ਮੈਂ ਕਰਦਾ, ਆਪਣੀਆਂ ਵਡਿਆਈਆਂ ਚਾਹੁੰਦਾ ਹਾਂ। ਸੋ ਇਹ ਫਿਰ ਮੈਂ ਹੰਕਾਰ ਦੇ ਵਿੱਚ ਹੀ ਹਾਂ, ਝੂਠੀਆਂ ਵਡਿਆਈਆਂ ਮੈਂ ਚਾਹੁੰਦਾ, ਜੋ ਮੈਂ ਹੈ ਵੀ ਨਹੀਂ। ਮੇਰੀ ਕੋਈ ਤਾਰੀਫ ਕਰਦਾ, ਮੈਂ ਬੜਾ ਖੁਸ਼ ਹੁੰਦਾ, ਤੇ ਇਹ ਜਿਹੜਾ ਹੈ ਇਹ ਮੈਂ ਆਪਣੇ ਆਪ ਨੂੰ ਸਵੀਕਾਰ ਕਰਦਾ। ਇਸ ਤੋਂ ਅੱਗੇ ਹੋਰ, ਹਾਂ ਮੇਰੇ ਵਿੱਚ ਜੈਲਸੀ ਹੈ, ਹਾਂ ਮੈਂ ਦੂਸਰੇ ਦੀ ਤਰੱਕੀ ਦੇਖ ਕੇ ਨਹੀਂ ਖੁਸ਼ ਹੁੰਦਾ। ਅਗਰ ਇਹ ਸਾਡੇ ਵਿੱਚ ਹੈ ਨਹੀਂ, ਇਹਨੂੰ ਸਵੀਕਾਰ ਕਰੀ ਜਾਣਾ। ਹਾਂ, ਦੂਸਰੇ ਦੀ ਖੁਸ਼ੀ ਵਿੱਚ ਮੈਨੂੰ ਖੁਸ਼ੀ ਨਹੀਂ ਹੁੰਦੀ, ਉਲਟਾ ਮੈਂ ਚਾਹੁੰਦਾ ਉਹਦਾ ਨੁਕਸਾਨ ਹੋਵੇ, ਮੈਂ ਅੱਗੇ ਵਧਾਂ। ਦੂਸਰੇ ਨੂੰ ਅੱਗੇ ਵਧਦਾ ਦੇਖ ਕੇ ਮੈਂ ਖੁਸ਼ ਨਹੀਂ ਹੁੰਦਾ। ਹਾਂ, ਇਹ ਮੇਰੇ ਵਿੱਚ ਕਮਜ਼ੋਰੀ ਹੈ, ਇਹ ਅਸੀਂ ਦੇਖਣੀਆਂ ਸਾਡੀਆਂ ਮੈਲਾਂ ਨੇ। ਸੋ ਨਿਮਰਤਾ ਤੱਕ ਪਹੁੰਚਣ ਦੇ ਲਈ ਇਹ ਜ਼ਰੂਰੀ ਨਹੀਂ, ਜਦ ਤੱਕ ਅਸੀਂ ਕਮਜ਼ੋਰੀਆਂ ਨਹੀਂ ਦੇਖਦੇ, ਸਾਡੇ ਹੰਕਾਰ ਮੈਂ ਜਿਹੜੀ ਖੜੀ ਹੈ। ਸੋ ਸ਼ੁੱਧ ਮੈਂ ਵਿੱਚ ਜਾਣਾ, ਇਹ ਮੈਲੀ ਮੈਂ ਵਿੱਚ ਨਹੀਂ ਜਾਣਾ। ਸ਼ੁੱਧ ਮੈਂ ਜਿਹੜਾ ਉਹਦਾ ਆਪਣਾ ਅਸਲੀ ਰੂਪ ਆ, ਉਹ ਤਾਂ ਬਹੁਤ, ਉਹ ਸੈਲਫ ਰਿਸਪੈਕਟ ਆ ਜਾਂਦੀ ਹੈ। ਲੇਕਿਨ ਇਹ ਜਿਹੜੀ ਹੈ, ਇਹ ਹੰਕਾਰ ਬਹੁਤ ਵੱਡੀ ਮੈਲ ਹੈ, ਇਹ ਦੀਵਾਰ ਹੈ। ਸਾਡੇ ਆਪਣੀ ਸੈਲਫ ਤੱਕ ਪਹੁੰਚਣ ਦੇ ਲਈ ਇਹ ਦੀਵਾਰ ਹੈ। ਰੱਬ ਦੀ ਤਾਂ ਬਾਅਦ 'ਚ ਹੀ ਗੱਲ ਕਰਾਂਗੇ ਨਾ। ਸੋ ਆਪਣੇ ਤੱਕ ਹੀ ਜੋ ਅਸੀਂ ਹਾਂ, ਆਪਣਾ ਨਿੱਜ ਰੂਪ ਆ, ਉੱਥੇ ਤੱਕ ਹੀ ਨਹੀਂ ਅਸੀਂ ਪਹੁੰਚ ਪਾਉਂਦੇ, ਇਹ ਮੈਂ ਕਰਕੇ। ਸੋ ਹਾਂ, ਮੈਂ ਨੈਗੇਟਿਵ ਸੋਚਦਾ ਹਾਂ, ਇਹ ਮੇਰੀ ਕਮਜ਼ੋਰੀ ਹੈ। ਹਾਂ, ਮੈਂ ਦੂਸਰਿਆਂ ਦੇ ਨੁਕਸਾਂ ਹੀ ਕੱਢੀ ਜਾਂਦਾ ਹਾਂ, ਮੇਰੀ ਕਮਜ਼ੋਰੀ ਹੈ। ਹਾਂ, ਮੈਂ ਆਪਣੇ ਆਪ ਨੂੰ ਵੀ ਬਲੇਮ ਕਰੀ ਜਾਂਦਾ, ਦੂਸਰਿਆਂ ਨੂੰ ਵੀ ਕਰੀ ਜਾਂਦਾ, ਮੈਂ ਗਿਲਟ ਵਿੱਚ ਰਹਿੰਦਾ, ਹਾਂ ਮੇਰੀਆਂ ਇਹ ਕਮਜ਼ੋਰੀਆਂ ਨੇ। ਸੋ ਇਹ ਸਾਰੀਆਂ ਆਪਣੀਆਂ ਕਮਜ਼ੋਰੀਆਂ ਨੂੰ ਦੇਖਣਾ। ਮੋਸਟਲੀ ਸਾਡਾ ਸੁਭਾਅ ਕੀ, ਅਸੀਂ ਦੂਸਰਿਆਂ ਦੀਆਂ ਕਮਜ਼ੋਰੀਆਂ ਦੇਖਦੇ ਹਾਂ, ਆਪਣੀਆਂ ਨਹੀਂ ਦੇਖਦੇ। ਸੋ ਆਪਣੀਆਂ ਹੀ ਦੇਖਣੀਆਂ। ਬਸ ਜਿਸ ਦਿਨ ਅਸੀਂ ਆਪਣੇ ਆਪ ਨੂੰ ਦੇਖਣ ਲੱਗ ਗਏ ਨਾ, ਵਿਦਵਾਨ ਕਹਿੰਦੇ ਨੇ ਜਿਹੜਾ ਵਿਅਕਤੀ ਆਪਣੇ ਆਪ ਦੀਆਂ ਕਮਜ਼ੋਰੀਆਂ ਦੇਖ ਕੇ ਉਹਦਾ ਸੁਧਾਰ ਕਰਨਾ ਸ਼ੁਰੂ ਕਰ ਲੈਂਦਾ, ਉਹਨੂੰ ਤਾਂ ਜ਼ਮਾਨਾ ਦੇਖਣ ਲੱਗ ਜਾਂਦਾ ਸਤਿਕਾਰ ਭਾਵ ਨਾਲ। ਸੋ ਜਿਹੜਾ ਦੂਸਰਿਆਂ ਨੂੰ ਦੇਖਦਾ ਰਹਿ ਜਾਂਦਾ, ਉਹਨੂੰ ਕੋਈ ਵੀ ਨਹੀਂ ਦੇਖਦਾ। ਮਤਲਬ ਕਿ ਉਹਦੀ ਕੋਈ ਖੁਸ਼ਬੂ ਹੀ ਨਹੀਂ ਹੈ, ਉਹਨੂੰ ਕੀ ਕਿਸੇ ਨੇ ਦੇਖਣਾ। ਸੋ ਉਹਨੂੰ ਤਾਂ ਉਹ ਜਿਹਦੀ ਖੁਸ਼ਬੂ ਆਏਗੀ, ਉਸੇ ਫੁੱਲ ਨੂੰ, ਜਿਹੜਾ ਖਿਲਿਆ ਫੁੱਲ ਹੋਏਗਾ, ਉਹਦੇ ਵੱਲ ਨਹੀਂ ਸਾਰੇ ਦੇਖਣਾ ਚਾਹਣਗੇ।
ਤਾਂ ਉਹ ਕਹਿੰਦੇ ਨੇ ਜਿਹੜਾ ਆਪਣੀਆਂ ਕਮੀਆਂ ਕਮਜ਼ੋਰੀਆਂ ਨੂੰ ਦੇਖ ਕੇ ਉਹਦੇ ਵਿੱਚ ਸੁਧਾਰ ਕਰੀ ਜਾਂਦਾ, ਇੱਕ ਨਾ ਇੱਕ ਦਿਨ ਉਹਨੂੰ ਸਾਰਾ ਜ਼ਮਾਨਾ ਦੇਖਦਾ। ਸੋ ਇਹ ਸਾਡਾ ਪਰਪਸ ਨਹੀਂ ਸਾਨੂੰ ਜ਼ਮਾਨਾ ਦੇਖੇ, ਪਰਪਸ ਸਾਡਾ ਇਹੀ ਹੈ ਕਿ ਸਾਡੀ ਗਰੋਥ ਹੋਵੇ, ਅਸੀਂ ਖਿਲੇ ਰਹੀਏ, ਅਸੀਂ ਆਪਣੇ ਰੂਪ ਵਿੱਚ ਪਹੁੰਚ ਜਾਈਏ ਜੋ ਅਸਲੀ ਅਸੀਂ ਹਾਂ, ਸਾਡੀਆਂ ਮੈਲਾਂ ਉਤਰ ਜਾਣ। ਤੋ ਇਹਦੇ ਲਈ ਕਮਜ਼ੋਰੀਆਂ ਆਪਣੀਆਂ ਦੇਖਣੀਆਂ ਨੇ, ਔਰ ਕਮਜ਼ੋਰੀਆਂ ਦੇਖ ਕੇ ਫਿਰ ਸਹਾਰਾ ਕਿਹਦਾ ਲੈਣਾ? ਉਸ ਵੱਡੇ ਤੋਂ ਵੱਡੇ ਦਾ ਲੈਣਾ ਸਹਾਰਾ, ਕਿ ਮੈਂ ਤਾਂ ਡੁੱਬਦਾ ਜਾ ਰਿਹਾ, ਮੈਨੂੰ ਕੱਢੂਗਾ ਕੌਣ ਇਹਦੇ ਵਿੱਚੋਂ, ਇਹਨਾਂ ਕਮਜ਼ੋਰੀਆਂ ਵਿੱਚੋਂ, ਇਹਨਾਂ ਵਿਕਾਰਾਂ ਵਿੱਚੋਂ? ਤਾਂ ਫਿਰ ਸੰਗਤ, ਗੁਰੂ ਦਾ ਗਿਆਨ। ਇਹ ਹੁਣ ਅਸੀਂ ਸੰਗਤ ਵਿੱਚ ਬੈਠੇ ਹਾਂ ਔਰ ਗੁਰੂ ਦੇ ਗਿਆਨ ਦਾ ਪੱਲਾ ਪਕੜਿਆ ਹੋਇਆ, ਜਿਹੜਾ ਹੁਣ ਗੁਰਬਾਣੀ ਵਿੱਚੋਂ ਅਸੀਂ ਗੁਰੂ ਦਾ ਗਿਆਨ ਵੀ ਸਾਨੂੰ ਕੀ ਸਮਝਾਉਂਦਾ। ਉਹ ਕਹਿੰਦੇ ਆਪਣੀਆਂ ਗੁਰਬਾਣੀ ਵਿੱਚ ਤਾਂ ਸਾਡੇ ਵਿਕਾਰ, ਸਾਡੀਆਂ ਮੈਲਾਂ ਸਾਨੂੰ ਬਾਰ-ਬਾਰ ਮਹਾਰਾਜ ਜੀ ਦੱਸਦੇ ਨੇ, ਤੇ ਫਿਰ ਅਧਿਆਤਮਿਕ ਤੌਰ ਤੇ ਵੀ ਸਾਨੂੰ ਸਮਝਾਉਂਦੇ ਨੇ ਵੀ ਤੂੰ ਜਿਹੜੇ ਕਰਮ ਕਰਨੇ ਸੀ ਉਹ ਤੂੰ ਨਹੀਂ ਕੀਤੇ, ਆਪਣੀ ਕਮਜ਼ੋਰੀ ਦੇਖ। ਰੋਜ਼ ਅਸੀਂ ਸ਼ਾਮਾਂ ਨੂੰ ਬਾਣੀ ਵਿੱਚ ਪੜ੍ਹਦੇ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਆਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਰੋਜ਼ ਹੀ ਮਹਾਰਾਜ ਜੀ ਸਾਨੂੰ ਕਮੀਆਂ ਕਮਜ਼ੋਰੀਆਂ ਦਿਖਾਈ ਜਾ ਰਹੇ ਨੇ ਵੀ ਨਾ ਤੂੰ ਜਪ ਕਰਦਾ, ਨਾ ਤੂੰ ਕੋਈ ਤਪ ਕਰਦਾ, ਹੈ ਨਾ। ਤਪ ਹੁੰਦਾ ਆਪਣੇ ਆਪ ਨੂੰ ਤਪਾ ਲੈਣਾ ਗੁਰੂ ਦੇ ਬਚਨਾਂ ਦੇ ਵਿੱਚ, ਇਹ ਨਹੀਂ ਧੁੱਪੇ ਖੜਨਾ ਤਪ ਹੈ। ਸੋ ਇਹ ਤਪ ਹੈ, ਆਪਣੇ ਆਪ ਨੂੰ ਤਪਾ ਲੈਣਾ। ਨਾ ਤੂੰ ਕੋਈ ਬੰਦਗੀ ਕਰ ਰਿਹਾ, ਨਾ ਤੂੰ ਆਪਣੇ ਆਪ ਨੂੰ ਤਪਾ ਰਿਹਾ ਹੈ, ਔਰ ਨਾ ਤੇਰੇ ਵਿੱਚ ਸੰਜਮ ਹੈ, ਨਾ ਤੇਰੇ ਵਿੱਚ ਕੰਟਰੋਲ ਹੈ, ਇਹ ਸਾਡੇ ਵਿੱਚ ਹੈ ਨਹੀਂ। ਇਹ ਆਪਣੀਆਂ ਕਮਜ਼ੋਰੀਆਂ ਨੂੰ ਅਸੀਂ ਦੇਖਣਾ, ਤੇ ਨਾ ਹੀ ਤੂੰ ਧਰਮ ਦਾ ਰੱਬੀ ਕਾਨੂੰਨਾਂ ਅਨੁਸਾਰ ਚੱਲਣਾ। ਰੱਬੀ ਕਾਨੂੰਨ ਸਮਝ ਰਹੇ, ਅਸੀਂ ਧਰਮ ਨੂੰ ਸਮਝ ਰਹੇ ਹਾਂ ਵੀ ਨਾ ਹੀ ਤੂੰ ਧਰਮ ਕਮਾ ਰਿਹਾ, ਨਾ ਤੂੰ ਸੇਵਾ ਵੀ ਨਹੀਂ ਤੇਰੇ ਜੀਵਨ ਵਿੱਚ, ਸੇਵਾ ਸਾਧ ਨਾ ਜਾਣਿਆ ਹਰ ਆਇਆ। ਸਾਧ ਦੀ ਸੇਵਾ ਵੀ ਮਤਲਬ ਗੁਰੂ ਦੇ ਬਚਨ ਕਮਾਣੇ, ਸਾਧਾਂ ਦੇ ਬਚਨ ਕਮਾਣੇ ਹੁੰਦਾ ਸਾਧ ਦੀ ਸੇਵਾ। ਜਿਹੜੇ ਸੱਚ ਨਾਲ ਜੋੜਨ ਵਾਲੀਆਂ ਰੂਹਾਂ ਨੇ ਉਹਨਾਂ ਦੇ ਬਚਨ ਕਮਾਣੇ ਸਾਧ ਦੀ ਸੇਵਾ ਹੈ। ਤਾਂ ਇਹ ਵੀ ਨਹੀਂ ਕੀਤਾ ਮੈਂ, ਨਾ ਅਸੀਂ ਪਰਮਾਤਮਾ ਨੂੰ ਜਾਣਿਆ, ਸਾਡੇ ਵਿੱਚ ਕਮਜ਼ੋਰੀਆਂ ਨੇ, ਪਰ ਹੁਣ ਕੀ ਕਰਨਾ? ਕਹੋ ਨਾਨਕ ਹਮ ਨੀਚ ਕਰਮਾ, ਇੰਨਾ ਝੁਕ ਜਾਣਾ ਵੀ ਇਹ ਮੇਰੇ ਮਾੜੇ ਕਰਮ ਨੇ, ਮੈਂ ਕਰ ਨਹੀਂ ਰਿਹਾ ਕੁਛ ਵੀ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਤੁਹਾਡੀ ਹੁਣ ਅਸੀਂ ਸ਼ਰਨ ਵਿੱਚ ਆ ਗਏ ਹਾਂ, ਮਹਾਰਾਜ ਜੀ ਤੁਸੀਂ ਸਾਨੂੰ ਰੱਖ ਲਓ। ਮਤਲਬ ਇਹਨਾਂ ਜਿਹੜੇ ਅਸੀਂ ਨਹੀਂ ਕਰਮ ਕਰ ਰਹੇ, ਇਹ ਸਾਡੇ ਉੱਤੇ ਕਿਰਪਾ ਦ੍ਰਿਸ਼ਟੀ ਪਾਓ, ਇਹ ਅਸੀਂ ਕਰਮ ਕਰਨ ਲੱਗ ਜਾਈਏ। ਅਸੀਂ ਜਪ ਵੀ ਕਰੀਏ, ਤਪ ਵੀ ਕਰੀਏ, ਸੰਜਮ ਵਿੱਚ ਵੀ ਰਹੀਏ, ਰੱਬੀ ਕਾਨੂੰਨਾਂ ਅਨੁਸਾਰ ਵੀ ਜੀਵਨ ਜੀਏ, ਗੁਰੂ ਦੇ ਬਚਨ ਕਮਾਈਏ, ਪਰਮਾਤਮਾ ਬਾਰੇ ਅਸੀਂ ਜਾਣੀਏ, ਅਸੀਂ ਇਸ ਮਾਰਗ ਦੇ ਉੱਤੇ ਚੱਲੀਏ। ਮਹਾਰਾਜ ਜੀ ਤੁਹਾਡੀ ਸ਼ਰਨ ਵਿੱਚ ਆਏ ਹਾਂ। ਗੁਰੂ ਅਰਜਨ ਦੇਵ ਜੀ ਤਾਂ ਇੰਨਾ ਜ਼ਿਆਦਾ ਸਾਨੂੰ ਸਮਝਾਈ ਜਾ ਰਹੇ ਨੇ। ਮਹਾਰਾਜ ਕਹਿੰਦੇ ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਣੋ ਤਿਉਂ ਤਾਰ ਸੁਆਮੀ। ਦੱਸਦੇ ਨੇ ਅਸੀਂ ਤਾਂ ਮੈਲੇ ਹਾਂ, ਅਸੀਂ ਤਾਂ ਕਠੋਰ ਹਾਂ, ਬੜੇ ਸਖਤ ਜਿਹੇ, ਅਸੀਂ ਰਿਜੜ ਜਾਏ ਹਾਂ, ਕਪਟੀ ਹਾਂ, ਅਸੀਂ ਬੇਈਮਾਨੀਆਂ ਕਰਦੇ ਹਾਂ, ਕਾਮੀ ਹਾਂ, ਅਸੀਂ ਕਾਮਨਾਵਾਂ ਵਿੱਚ ਹੀ ਫਸੇ ਹੋਏ ਹਾਂ। ਪਰ ਮਹਾਰਾਜ ਜੀ ਇਹ ਸਾਡੀਆਂ ਕਮਜ਼ੋਰੀਆਂ ਨੇ, ਤੁਹਾਡੇ ਅੱਗੇ ਅਸੀਂ ਫਰੋਲ ਰਹੇ ਹਾਂ ਆਪਣੀਆਂ ਕਮਜ਼ੋਰੀਆਂ, ਤੇ ਜਿਉਂ ਵੀ ਚਾਹੋ ਸਾਨੂੰ ਤੁਸੀਂ ਤਾਰ ਲਓ, ਬਸ ਸਾਨੂੰ ਰੱਖ ਲਓ, ਸਾਨੂੰ ਤਾਰ ਲਓ, ਸਾਡਾ ਕਲਿਆਣ ਕਰੋ। ਇਹ ਦੇਖੋ ਬਾਣੀ ਬੇਨਤੀਆਂ ਕਰਨੀਆਂ ਸਿਖਾਉਂਦੀ ਹੈ, ਸਾਡੀਆਂ ਕਮਜ਼ੋਰੀਆਂ ਦਿਖਾ ਕੇ, ਇਹ ਜ਼ਰੂਰੀ ਦੇਖਣੀਆਂ ਹੁੰਦੀਆਂ ਨੇ। ਇੱਕ ਹੁਣ ਅਸੀਂ ਬਹੁਤਾ ਇੰਨੇ ਹੀ ਲੱਗ ਗਿਆ ਵੀ ਚੰਗਾ ਵਿਜ਼ੂਅਲਾਈਜ਼ ਕਰੀ ਜਾਓ, ਉਹ ਤਾਂ ਕਰਨਾ ਹੀ ਕਰਨਾ ਆ, ਪਰ ਆਪਣੀਆਂ ਕਮਜ਼ੋਰੀਆਂ ਨਹੀਂ ਜਦ ਤੱਕ ਦੇਖਾਂਗੇ, ਮੈਲਾਂ ਸਾਫ਼ ਹੀ ਨਹੀਂ ਹੋਣਗੀਆਂ, ਇਹ ਅੰਦਰ ਹੀ ਪਈਆਂ ਰਹਿ ਜਾਣੀਆਂ ਨੇ। ਇਹ ਵੀ ਨਾਲ ਜ਼ਰੂਰ ਦੇਖਣੀਆਂ ਨੇ। ਹੋਰ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਵਿਕਾਰਾਂ ਦੀ ਗੱਲ ਕਰ ਦਿੱਤੀ ਜਿਹਨਾਂ 'ਚ ਅਸੀਂ ਫਸੇ ਹਾਂ, ਕਿ ਮਹਾਰਾਜ ਜੀ ਇਹਨਾਂ ਤੋਂ ਸਾਨੂੰ ਤੁਸੀਂ ਛੁਡਾ ਲਓ। ਇਹ ਤਾਂ ਹੀ ਕਵਾਂਗੇ, ਇੱਕ ਤਾਂ ਉਹ ਬਾਣੀ ਪੜ੍ਹ ਲਈ ਅਸੀਂ, ਉਹ ਤਾਂ ਰੱਟੇ ਲੱਗੇ ਨੇ ਜਾਂ ਪੜ੍ਹਨੀ ਆ, ਇਸ ਤਰ੍ਹਾਂ ਨਹੀਂ। ਜਦੋਂ ਅਸੀਂ ਆਪਣੀਆਂ ਮੈਲਾਂ ਨੂੰ ਦੇਖਣ ਲੱਗ ਗਏ, ਮੇਰਾ ਮਨ ਕਿੱਥੇ ਫਸਿਆ ਹੋਇਆ, ਤਾਂ ਜਦੋਂ ਫਿਰ ਇਹ ਬੇਨਤੀਆਂ ਕੀਤੀਆਂ, ਚਾਹੇ ਇੱਕ ਮੈਲ ਦੀ ਬੇਨਤੀ ਕੀਤੀ ਵੀ ਆਹ ਜਿਹੜੀ ਮੈਨੂੰ ਨਜ਼ਰ ਆ ਰਹੀ ਆ, ਕਿ ਮਹਾਰਾਜ ਜੀ ਇਸ ਮੈਲ ਵਿੱਚੋਂ ਮੈਨੂੰ ਬਾਹਰ ਕੱਢੋ। ਜਦੋਂ ਬੇਨਤੀਆਂ ਕਰਨ ਲੱਗ ਜਾਵਾਂਗੇ, ਰਸਤੇ ਵੀ ਮਿਲਣ ਲੱਗ ਜਾਣਗੇ। ਉਹਦਾ ਮਤਲਬ ਅਸੀਂ ਮੈਲ ਦੇਖਣ ਲੱਗ ਗਏ, ਅਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹਾਂ, ਤਾਂ ਹੀ ਦੇਖ ਰਹੇ ਨਾ ਆਪਣੀ ਮੈਲ, ਉਹ ਦੇਖਣੀਆਂ ਜ਼ਰੂਰੀ ਹੈ। ਬਾਬਾ ਰਵਿਦਾਸ ਜੀ ਵੀ ਸਮਝਾਉਂਦੇ ਨੇ, ਕਹਿੰਦੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰੀ ਸੰਗਤ ਮਾੜੀ ਹੈ, ਆਪਣੀ ਕੰਪਨੀ ਦੇਖੀ ਅਸੀਂ ਕਿਹਦੀ ਕਰਦੇ, ਫੋਨ ਤੇ ਕਿਹਦੇ ਨਾਲ ਗੱਲ ਕਰਦੇ ਹਾਂ, ਮੈਸੇजेस ਕਿਹਦੇ ਨਾਲ ਕਰਦੇ ਹਾਂ,
ਉਹਦੇ ਵਿੱਚ ਸਾਡਾ ਕੀ ਚੱਲ ਰਿਹਾ ਹੁੰਦਾ ਆਪਸ ਦੇ ਵਿੱਚ, ਉਹ ਦੇਖਣਾ। ਮਤਲਬ ਕੀ ਕਰ ਰਹੇ ਆ, ਉਹ ਸੰਗਤ ਆ ਸਾਡੀ। ਉਹ ਤਾਂ ਜ਼ਿਆਦਾ ਚੰਬੜੇ ਰਹਿੰਦੇ, ਹੁਣ ਤਾਂ ਸੰਗਤ ਹੀ ਉਹੀ ਰਹਿ ਗਈ। ਸੋ ਉਹ ਜ਼ਰੂਰ ਧਿਆਨ ਦੇਣਾ ਵੀ ਕੀ ਕਰਦੇ ਹਾਂ ਅਸੀਂ ਸੰਗਤ। ਜਿਹਦੀ ਕੰਪਨੀ ਹੋਈ ਜਾ ਰਹੀ ਸਾਡੇ ਮਨ ਦੀ, ਉਹ ਬਸ ਉਦੋਂ ਦੇ ਅਸੀਂ ਬਣੀ ਜਾਣਾ ਹੈ। ਇਹ ਖਾਸ ਧਿਆਨ ਰੱਖਣਾ। ਸੋ ਮੇਰਾ ਕਰਮ ਕੁਟਲਤਾ ਜਨਮ ਕੋ ਪਾਤੀ, ਰਾਮ ਗਸਈਆਂ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ। ਕਹਿੰਦੇ ਮੈਨੂੰ ਵਿਸਾਰੋ ਨਾ, ਮੈਂ ਜਨ ਤੇਰਾ, ਮੈਂ ਤਾਂ ਤੇਰਾ ਹੀ ਹਾਂ। ਨਾਲ ਪ੍ਰੇਮ ਭਾਵ ਵੀ, ਨਾਲ ਆਪਣੀਆਂ ਕਮਜ਼ੋਰੀਆਂ ਵੀ ਦੱਸੀ ਜਾਣੀਆਂ। ਕਿਵੇਂ ਸਾਨੂੰ ਸਮਝਾਉਂਦੇ ਨੇ ਮਹਾਂਪੁਰਖ, ਇਹ ਗੁਰੂ ਲੋਕ, ਇਹ ਸੰਤ ਲੋਕ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਜਿਹੜੀਆਂ ਅਭੇਦ ਰੂਹਾਂ ਨੇ ਸਾਨੂੰ ਕਿਵੇਂ ਸਮਝਾਉਂਦੀਆਂ ਨੇ। ਆਪਣੀਆਂ ਕਮਜ਼ੋਰੀਆਂ ਦੀ ਬੇਨਤੀ ਵੀ ਕਰੋ, ਔਰ ਇੰਨਾ ਸਮਰਪਿਤ ਹੋ ਕੇ ਰਹੋ ਵੀ ਬਸ ਹੁਣ ਤੁਸੀਂ ਸਾਨੂੰ ਰੱਖ ਲਓ, ਤੁਸੀਂ ਸਾਨੂੰ ਰੱਖ ਲਓ, ਤੁਸੀਂ ਸਾਡਾ ਕਲਿਆਣ ਕਰੋ, ਤੁਸੀਂ ਸਾਨੂੰ ਤਾਰ ਲਓ ਗੁਰੂ ਮਹਾਰਾਜ ਜੀ, ਪਾਰ ਬ੍ਰਹਮ ਪਰਮਾਤਮਾ ਜੀ ਸਾਨੂੰ ਤਾਰ ਲਓ। ਇਵੇਂ ਇਹ ਬੇਨਤੀਆਂ ਜਿਹੜੀਆਂ ਅਸੀਂ ਕਰਨੀਆਂ। ਪਰ ਜ਼ਿਆਦਾਤਰ ਕੀ ਹੁੰਦਾ, ਅਸੀਂ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨਹੀਂ ਦੇਖ ਪਾਉਂਦੇ, ਅਸੀਂ ਆਪਣੀਆਂ ਵਡਿਆਈਆਂ ਹੀ ਚਾਹੁੰਦੇ ਰਹਿੰਦੇ। ਇਹਦੇ ਵਿੱਚੋਂ ਆਪਾਂ ਨਿੱਕੀ ਜਿਹੀ ਇੱਕ ਕਥਾ ਸੁਣੀਏ ਤਾਂ ਕਿ ਸਾਨੂੰ ਸਮਝ ਲੱਗੇ ਵੀ ਅਸੀਂ ਕਿਵੇਂ ਦਾ ਜੀਵਨ ਜਿਉਣਾ ਔਰ ਅਸੀਂ ਕਿਵੇਂ ਦਾ ਜੀ ਰਹੇ ਹਾਂ। ਤਾਂ ਕਈ ਵਾਰ ਆਪਣੇ ਜਿਹੜੇ ਵੀ ਸਾਡੀਆਂ ਕੁਆਲਿਟੀਜ਼ ਹੁੰਦੀਆਂ ਨੇ, ਸਾਡੇ ਗੁਣ ਹੁੰਦੇ ਨੇ, ਉਹਨਾਂ ਦਾ ਸਾਨੂੰ ਹੰਕਾਰ ਵੀ ਆ ਜਾਂਦਾ। ਕੋਈ ਬਹੁਤ ਪਾਠ ਕਰਦਾ, ਉਸੇ ਚੀਜ਼ ਦਾ ਵੀ ਦੇਖੋ ਦੂਸਰਿਆਂ ਨੂੰ ਤਾਂ ਅਸੀਂ ਸਮਝਦੇ ਹੀ ਫਿਰ ਕੁਛ ਨਹੀਂ। ਅਸੀਂ ਤਾਂ ਦੇਖੋ ਇੰਨੇ ਵਜੇ ਅੰਮ੍ਰਿਤ ਵੇਲੇ ਉੱਠੀਦਾ, ਇੰਨਾ ਪਾਠ ਕਰੀਦਾ, ਇਹ ਤਾਂ ਐਵੇਂ ਹੀ ਨੇ ਸਾਰੇ। ਇਵੇਂ ਦਾ ਸਾਡੀ ਸੋਚ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ। ਸੋ ਇਹ ਤਾਂ ਜ਼ਿਆਦਾ ਗੜਬੜ ਹੋ ਜਾਂਦੀ ਹੈ। ਬੰਦਗੀ ਕਰਕੇ, ਸੇਵਾ ਕਰਕੇ ਤਾਂ ਉਹ ਸਾਰੀਆਂ ਮੈਲਾਂ ਉਤਾਰਨੀਆਂ ਸੀ, ਹੋਰ ਆਪਾਂ ਜਿਹੜੀ ਆ ਪੰਡ ਚੱਕ ਲੈਂਦੇ ਉੱਤੇ ਹੰਕਾਰ ਦੀ। ਇਤਿਹਾਸ ਦੀ ਕਥਾ ਹੈ, ਗੀਤਾਂਜਲੀ ਗ੍ਰੰਥ ਦੇ ਵਿੱਚ ਇਹਦਾ ਜ਼ਿਕਰ ਹੈ। ਕਹਿੰਦੇ ਨੇ ਇੱਕ ਬੜਾ ਵੱਡਾ ਵਿਦਵਾਨ ਸੀ ਗੁਰੰਗ ਗੋਸਾਈ, ਤੇ ਬੜੇ ਹੀ ਵੇਦ ਸ਼ਾਸਤਰ ਸਾਰੇ ਉਹਨੇ ਪੜ੍ਹੇ ਹੋਏ ਸੀ, ਅਰਥਾਂ ਦੀ ਸੀ, ਕਥਾਵਾਂ ਕਰਦਾ ਸੀ, ਬੜਾ ਵੱਡਾ, ਸਾਰੇ ਗ੍ਰੰਥਾਂ ਦਾ ਅਧਿਐਨ ਉਹਨੇ ਕੀਤਾ ਹੋਇਆ, ਜਿਹੜੇ ਉਹ ਕਰਨੇ ਚਾਹੀਦੇ ਸਨ ਉਸ ਸਮੇਂ। ਤੇ ਬੜਾ ਵੱਡਾ ਵਿਦਵਾਨ ਦੀ ਮਾਨਤਾ ਵੀ ਮਿਲੀ ਹੋਈ ਸੀ। ਇੱਕ ਵਾਰ ਇਸ ਬਨਾਰਸ ਦੀ ਗੱਲ ਹੈ, ਇਸ ਵਿਦਵਾਨ ਨੇ ਕਥਾ ਕਰਨ ਜਾਣਾ ਸੀ। ਜੋ ਗੰਗਾ ਕਿਨਾਰੇ ਸੀ, ਉੱਥੋਂ ਫਿਰ ਕਿਸ਼ਤੀ ਸਵਾਰ ਹੋ ਕੇ ਦੂਸਰੇ ਪਿੰਡ ਵੱਲ ਨੂੰ ਜਾਣਾ ਸੀ। ਸੋ ਇਹ ਵਿਦਵਾਨ ਕਿਸ਼ਤੀ ਵਿੱਚ ਸਵਾਰ ਹੋਇਆ। ਜਿਸ ਕਿਸ਼ਤੀ ਵਿੱਚ ਸਵਾਰ ਹੋਇਆ, ਉੱਥੇ ਪਹਿਲਾਂ ਹੀ ਕੋਈ ਬਾਬਾ ਜੀ, ਕੋਈ ਬਜ਼ੁਰਗ ਭਗਵੇਂ ਕੱਪੜੇ ਪਹਿਨੇ ਹੋ, ਉਹ ਵੀ ਵਿੱਚ ਮੌਜੂਦ ਸਨ। ਉਹ ਆਪਣੀ ਮਸਤੀ ਵਿੱਚ ਸਨ, ਆਪਣੀ ਬੰਦਗੀ ਦੇ ਵਿੱਚ ਸਨ। ਉਹਨਾਂ ਨੇ ਖਿਆਲ ਵੀ ਨਹੀਂ ਕੀਤਾ ਕੌਣ ਆਇਆ ਤੇ ਕੌਣ ਨਹੀਂ। ਲੇਕਿਨ ਇਹ ਜਿਹੜਾ ਵਿਦਵਾਨ ਸੀ, ਇਹ ਬੜਾ ਹੰਕਾਰੀ ਸੀ। ਮਤਲਬ ਵਿਦਵਾਨ ਤਾਂ ਸੀ, ਪਰ ਨਾਲ ਹੰਕਾਰ ਸੀ, ਮੈਂ ਬੜਾ ਵੱਡਾ ਵਿਦਵਾਨ ਹਾਂ, ਵਿਦਵਾਨ। ਔਰ ਬੜਾ ਲੋਕ ਸਤਿਕਾਰ ਕਰਦੇ ਸਨ। ਤਾਂ ਹੁਣ ਉਹ ਜਿਹੜੇ ਬਜ਼ੁਰਗ ਬਾਬਾ ਜੀ ਸਨ, ਭਗਵੇਂ ਕੱਪੜਿਆਂ ਵਾਲੇ, ਬੰਦਗੀ ਵਾਲੀ ਰੂਹ, ਉਹਨਾਂ ਨੇ ਦੇਖਿਆ ਵੀ ਨਹੀਂ, ਆਪਣੀ ਮਸਤੀ ਵਿੱਚ ਸਨ। ਤਾਂ ਇਸ ਵਿਦਵਾਨ ਨੂੰ ਲੱਗਿਆ ਵੀ ਇਹ ਬਾਬਾ ਜੀ ਨੇ ਮੈਨੂੰ ਦੇਖਿਆ ਨਹੀਂ, ਇਹ ਬਜ਼ੁਰਗ ਨੇ, ਤੇ ਮੈਂ ਦੱਸ ਦਿੰਦਾ ਵੀ ਮੈਂ ਐਡਾ ਵੱਡਾ ਵਿਦਵਾਨ ਆ। ਕਿਉਂਕਿ ਦੂਸਰੇ ਤਾਂ ਬੜਾ ਸਲਾਮਾਂ ਕਰਦੇ ਸਨ, ਉੱਠ ਕੇ ਸਤਿਕਾਰ ਕਰਦੇ ਸਨ ਵੀ ਇਹਨੇ ਤਾਂ ਕੁਛ ਵੀ ਨਹੀਂ ਕੀਤਾ ਇਸ ਬਜ਼ੁਰਗ ਨੇ ਮੈਨੂੰ, ਤੇ ਮੈਂ ਦੱਸ ਦਿੰਦਾ। ਤੇ ਜਾ ਕੇ ਕੋਲ ਕਹਿੰਦੇ ਨੇ, ਬਾਬਾ ਪਛਾਣਿਆ ਮੈਂ ਕੌਣ ਆ? ਕਹਿੰਦੇ ਨੇ ਪਛਾਣਿਆ ਮੈਂ ਕੌਣ ਆ? ਸੋ ਦੇਖੀ ਗਏ। ਤਾਂ ਉਹਨੇ ਕਿਹਾ ਵੀ ਪਛਾਣਿਆ ਨਹੀਂ ਮੈਨੂੰ ਲੱਗਦਾ। ਫਿਰ ਕਹਿੰਦਾ ਮੈਂ ਨਾ ਗੁਰੰਗ ਗੋਸਾਈ ਆ, ਬੜਾ ਵੱਡਾ ਵਿਦਵਾਨ ਆ ਮੈਂ। ਤਾਂ ਦੱਸਿਆ ਵੀ ਮੈਂ ਇੰਨੇ ਗ੍ਰੰਥ ਪੜ੍ਹੇ ਨੇ, ਉਹਨਾਂ ਦਾ ਅਧਿਐਨ ਕੀਤਾ, ਮੈਂ ਕਥਾ ਕਰਦਾ, ਮੈਂ ਸਾਰਾ ਕੁਛ ਹੀ ਇਵੇਂ ਆਪਣਾ ਦੱਸਣਾ ਸ਼ੁਰੂ ਕਰ ਦਿੱਤਾ। ਤੇ ਉਹ ਅੱਗਿਓਂ ਬਜ਼ੁਰਗ ਕਹਿੰਦੇ ਨੇ, ਅੱਛਾ ਮੈਂ ਸੁਣਿਆ ਤਾਂ ਸੀ ਇੱਕ ਬੜਾ ਵੱਡਾ ਮੂਰਖ ਆ, ਜਿਹੜੀ ਹੰਕਾਰ ਦੀ ਪੰਡ ਹਰ ਵੇਲੇ ਚੱਕੀ ਰੱਖਦਾ। ਅੱਛਾ ਉਹ ਤੂੰ ਆ ਮੂਰਖ? ਹੁਣ ਜਦੋਂ ਮੂਰਖ ਕਹਿ ਦਿੱਤਾ, ਉਹ ਆਪਣੀ ਵਿਦਵਤਾ ਦਾ ਹੰਕਾਰ ਚੱਕੀ ਫਿਰਦਾ ਸੀ, ਅੱਗੋਂ ਮਹਾਂਪੁਰਖਾਂ ਨੇ ਕਹਿ ਦਿੱਤਾ ਤੂੰ ਮੂਰਖ, ਹੰਕਾਰ ਦੀ ਪੰਡ ਚੱਕੀ ਫਿਰਦਾ। ਤਾਂ ਈਗੋ ਹੋਰ ਹਿੱਲੀ, ਈਗੋ ਨੂੰ ਬੜੀ ਸੱਟ ਲੱਗੀ, ਹੰਕਾਰ ਨੂੰ। ਹੁਣ ਗੁੱਸਾ ਵੀ ਆ ਗਿਆ ਨਾਲ। ਕਿਹਾ ਬਾਬਾ ਸ਼ਾਸਤਰਾਂ ਮੁਤਾਬਕ ਤੈਨੂੰ ਮੇਰਾ ਖੜਾ ਹੋ ਕੇ ਸਤਿਕਾਰ ਕਰਨਾ ਚਾਹੀਦਾ, ਮੈਂ ਐਡਾ ਵੱਡਾ ਵਿਦਵਾਨ ਹਾਂ, ਮੈਂ ਕਥਾ ਕਰਦਾ, ਐਡਾ ਵੱਡਾ ਵਿਦਵਾਨ ਆ। ਤਾਂ ਬਾਬਾ ਜੀ ਨੇ ਕਿਹਾ ਕਾਹਦੀ ਕਥਾ ਕਰਦਾ ਤੂੰ? ਕਿਹਾ ਮੈਂ ਰਾਮ ਦੀ ਕਥਾ ਕਰਦਾ, ਅੱਜ ਵੀ ਮੈਂ ਕਥਾ ਹੀ ਕਰਨ ਜਾ ਰਿਹਾ, ਕਿਸ਼ਤੀ ਸਵਾਰ ਹੋ ਕੇ ਦੂਸਰੇ ਨਗਰ ਵਿੱਚ ਮੈਂ ਰਾਮ ਦੀ ਕਥਾ ਕਰਦਾ। ਅੱਗੇ ਉਹਨਾਂ ਨੇ ਕਿਹਾ ਮੂਰਖ,
ਦੱਸਦਾ ਮੈਂ ਐਡਾ ਵੱਡਾ ਵਿਦਵਾਨ ਆ, ਮੈਂ ਰਾਮ ਦੀ ਕਥਾ ਕਰਦਾ ਆ, 2.5 ਅੱਖਰ ਤੈਨੂੰ ਪ੍ਰੇਮ ਦੇ ਤਾਂ ਪੜ੍ਹਨੇ ਆਏ ਨਹੀਂ। ਜਿਸ ਰਾਮ ਦੀ ਤੂੰ ਕਥਾ ਕਰਦਾ, ਕਦੇ ਉਸ ਰਾਮ ਦੇ ਨਾਲ ਤੂੰ ਗੱਲਾਂ ਵੀ ਕੀਤੀਆਂ ਨੇ? ਰਾਮ ਮਤਲਬ ਸ਼੍ਰੀ ਰਾਮ ਜੀ ਨਹੀਂ, ਰਾਮ ਮਤਲਬ ਪਾਰ ਬ੍ਰਹਮ ਪਰਮਾਤਮਾ। ਕੀ ਤੂੰ ਗੱਲਾਂ ਵੀ ਕੀਤੀਆਂ ਉਸ ਰਾਮ ਦੇ ਨਾਲ? ਤੇ ਫਿਰ ਉਹ ਕਹਿੰਦੇ ਨੇ ਮੂਰਖ, ਕਥਾ ਕਰਦਾ ਫਿਰਦਾ, ਕਹਿੰਦਾ ਕਰਕੇ ਜਦ ਨੂੰ ਕਿਨਾਰਾ ਆ ਗਿਆ, ਬਾਬਾ ਜੀ ਆਪਣਾ ਚਲੇ ਗਏ ਜਿੱਥੇ ਨੂੰ ਜਾਣਾ ਸੀਗਾ, ਤੇ ਇਹ ਵਿਦਵਾਨ ਕਥਾ ਕਰਨ ਦੇ ਲਈ ਚਲੇ ਗਏ। ਅੱਜ ਕਥਾ ਤਾਂ ਕੀਤੀ, ਲੇਕਿਨ ਅੱਜ ਅੰਦਰ ਉਹ ਮਹਾਂਪੁਰਖਾਂ ਦੇ ਵਚਨ ਜਿਹੜੇ ਨੇ ਗੂੰਜਦੇ ਰਹੇ। ਤੂੰ ਇੰਨਾ ਵੱਡਾ ਵਿਦਵਾਨ ਬਣਿਆ ਫਿਰਦਾ, ਕਥਾ ਕਰਦਾ ਫਿਰਦਾ ਰਾਮ ਦੀ, ਕਦੀ ਰਾਮ ਨਾਲ ਗੱਲ ਵੀ ਕੀਤੀ ਤੂੰ? 2.5 ਅੱਖਰ ਪ੍ਰੇਮ ਦੇ ਪੜ੍ਹੇ ਨੇ ਤੂੰ? ਅੱਜ ਉਹ ਅੰਦਰ ਗੁੰਜੀ ਗਿਆ, ਗੁੰਜੀ ਗਿਆ। ਉਸ ਤੋਂ ਬਾਅਦ ਫਿਰ ਕਥਾ ਕਰਨੀ ਬੰਦ ਕਰ ਦਿੱਤੀ ਤੇ ਹੁਣ ਜੰਗਲਾਂ ਦੇ ਵਿੱਚ ਚਲੇ ਗਏ ਵੀ ਮੈਂ ਤਾਂ ਬੰਦਗੀ ਕਰਨੀ ਆ, ਮੈਂ ਤਾਂ ਐਡਾ ਹੰਕਾਰ ਦੀਆਂ ਪੰਡਾਂ ਚੱਕੀ ਫਿਰਦਾ, ਉਹ ਰਾਮ ਦੀ ਕਥਾ ਲੋਕਾਂ ਨੂੰ ਸੁਣਾਉਂਦਾ। ਮੈਂ ਤਾਂ ਕਦੀ ਪ੍ਰੇਮ ਕੀਤਾ ਹੀ ਨਹੀਂ, ਮੈਂ ਤਾਂ ਉਸ ਪ੍ਰੇਮ ਦੇ ਭਾਵ ਵਿੱਚ ਡੁੱਬੇ ਹੀ ਨਹੀਂ ਕਦੀ। ਤਾਂ ਉਹ ਫਿਰ 12 ਸਾਲ ਫਿਰ ਰਾਮ 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 ਮੰਤਰ ਦਾ ਰਟਨ ਜਪਿਆ, ਪਰ ਰਾਮ ਨਾਲ ਗੱਲ ਨਹੀਂ ਹੋਈ। ਹਿਰਦੇ 'ਚ ਬੈਠੇ ਰਾਮ ਦੇ ਨਾਲ ਗੱਲ ਨਹੀਂ ਹੋਈ। ਹੁਣ ਬੜਾ 12 ਸਾਲ ਹੋ ਗਏ ਨੇ, ਬੜੀ ਨਿਰਾਸ਼ਾ ਹੋ ਗਈ ਵੀ ਰਾਮ ਨੂੰ ਜਪਿਆ, ਪਰ ਰਾਮ ਨਾਲ ਤਾਂ ਗੱਲ ਹੀ ਨਹੀਂ ਹੋ ਰਹੀ। ਹਿਰਦੇ 'ਚ ਬੈਠਾ ਰਾਮ ਤਾਂ ਅਨੁਭਵ ਹੀ ਨਹੀਂ ਹੋ ਰਿਹਾ। ਇਤਨਾ ਨਿਰਾਸ਼ ਹੈ ਵਿਦਵਾਨ। ਤਾਂ ਅੱਜ ਫਿਰ ਉਸੇ ਗੰਗਾ ਕਿਨਾਰੇ ਆ ਗਿਆ 12 ਸਾਲਾਂ ਬਾਅਦ ਕਿ ਮੈਂ ਮਰ ਜਾਵਾਂ, ਸੁਸਾਈਡ ਕਰ ਲਵਾਂ। ਕੀ ਕਰਨਾ ਇੱਦਾਂ ਦੇ ਜੀਵਨ ਨੂੰ ਜਦ ਰਾਮ ਨਾਲ ਹੀ ਨਹੀਂ ਮੇਰੀ ਗੱਲ ਹੋ ਰਹੀ। ਲੋਕ ਵਿਦਵਾਨ ਵਿਦਵਾਨ ਕਰਕੇ ਮੈਨੂੰ ਦੇਖਦੇ ਨੇ, ਮੈਂ ਵਿਦਵਾਨ ਨਹੀਂ। ਤੋ ਕਹਿੰਦੇ ਵੀ ਜੇ ਮੈਂ ਇੱਥੇ ਕਿਨਾਰੇ ਛਾਲ ਮਾਰੀ, ਲੋਕਾਂ ਨੇ ਮੈਨੂੰ ਕੱਢ ਲੈਣਾ, ਇੰਨੇ ਖੜੇ ਨੇ ਇੱਥੇ ਲੋਕ ਗੰਗਾ ਕਿਨਾਰੇ। ਤੂੰ ਮੈਂ ਇਉਂ ਕਰਦਾ, ਕਿਸ਼ਤੀ ਵਿੱਚ ਸਵਾਰ ਹੋਣਾ ਆ, ਤੇ ਵਿੱਚ ਜਾ ਕੇ ਗਹਿਰਾਈ ਦੇ ਵਿੱਚ ਜਾ ਕੇ ਛਾਲ ਮਾਰੂੰਗਾ ਤਾਂ ਕਿ ਮੈਨੂੰ ਕੋਈ ਬਚਾ ਨਾ ਪਾਵੇ, ਮੈਂ ਮਰ ਜਾਵਾਂ। ਤੋ ਕਿਸ਼ਤੀ ਸਵਾਰ ਹੋਣ ਦੀ ਤਿਆਰੀ ਵਿੱਚ ਹੈ। ਉਹਨੇ ਨੂੰ ਫਿਰ ਉਹ ਭਗਵਿਆਂ ਕੱਪੜਿਆਂ ਵਾਲੇ ਬਜ਼ੁਰਗ 12 ਸਾਲਾਂ ਬਾਅਦ ਅੱਜ ਫਿਰ ਉਹਨਾਂ ਦੇ ਦਰਸ਼ਨ ਹੋ ਗਏ। ਅੱਜ ਗੁਰੰਗ ਸਾਈਂ ਨੇ ਭੱਜ ਕੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਅੱਜ ਅੰਦਰ ਬਦਲਿਆ ਹੋਇਆ ਸੀ, ਪਹਿਲਾਂ ਚਾਹੁੰਦਾ ਸੀ ਬਾਬਾ ਜੀ ਮੇਰਾ ਸਤਿਕਾਰ ਕਰਨ, ਅੱਜ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸੋ ਬਾਬਾ ਜੀ ਨੇ ਨਜ਼ਰ ਧਰ ਕੇ ਦੇਖਿਆ, ਜਦੋਂ ਮੱਥਾ ਟੇਕਿਆ ਤੇ ਬਾਬਾ ਜੀ ਨੇ ਕਿਹਾ, ਅਰੇ ਅਰੇ ਬੱਚੇ, ਤੂੰ ਤਾਂ ਉਹਦਾ ਨਾਮ ਲੈ ਕੇ ਕਹਿੰਦਾ ਤੂੰ ਐਡਾ ਵੱਡਾ ਵਿਦਵਾਨ ਗੁਰੰਗ ਸਾਈਂ, ਮਹਾਨ ਵਿਦਵਾਨ। ਕਿਹਾ ਨਹੀਂ ਬਾਬਾ ਜੀ, ਮੈਂ ਵਿਦਵਾਨ ਨਹੀਂ। ਕਹਿੰਦੇ ਫਿਰ ਤੂੰ ਕੌਣ ਆ? ਜੇ ਵਿਦਵਾਨ ਨਹੀਂ, ਤੂੰ ਐਡਾ ਵੱਡਾ ਵਿਦਵਾਨ ਤੇ ਫਿਰ ਤੂੰ ਕੌਣ ਆ? ਮੈਂ ਬਾਬਾ ਜੀ ਹਾਲੇ ਤੱਕ ਇਹੀ ਨਹੀਂ ਪਤਾ ਚੱਲਿਆ ਮੈਂ ਕੌਣ ਆ। ਫਿਰ ਭੁੱਬਾਂ ਮਾਰ ਮਾਰ ਕੇ ਰੋਇਆ, ਬਾਬੇ ਦੇ ਚਰਨ ਫੇਰ ਪਕੜੇ, ਕਿ ਬਾਬਾ ਅੱਜ ਮੈਂ ਮਰਨ ਜਾ ਰਿਹਾ। ਬਾਬਾ ਜੀ ਤੁਸੀਂ ਸੱਚੀ ਗੱਲ ਆਖੀ ਸੀ, ਜਿਹੜਾ ਮੈਂ ਰਾਮ ਦੀ ਕਥਾ ਕਰਦਾ ਫਿਰਦਾ, ਤੇ ਮੈਂ ਤਾਂ ਰਾਮ ਨਾਲ ਕਦੀ ਗੱਲ ਹੀ ਨਹੀਂ ਕੀਤੀ, ਅੰਦਰ ਰਾਮ ਹੀ ਨਹੀਂ ਅਨੁਭਵ ਕੀਤਾ। ਤਾਂ ਬਾਬਾ ਜੀ ਅੱਜ ਮੈਂ ਮਰਨ ਜਾ ਰਿਹਾ। ਸੋ ਬਾਬਾ ਜੀ ਨੇ ਕਿਹਾ, ਬੱਚੇ ਮਰਨ ਦੀ ਲੋੜ ਨਹੀਂ। ਬਾਬਾ ਮੈਂ ਕੀ ਕਰਾਂ, ਫਿਰ ਰਾਮ ਨਾਲ ਗੱਲ ਹੀ ਨਹੀਂ ਹੋ ਰਹੀ। ਕਿਹਾ ਬਸ ਆਹੀ ਕਰਨਾ ਸੀ ਜਿਹੜਾ ਤੂੰ ਕਹਿਤਾ ਨਾ, ਮੈਨੂੰ ਪਤਾ ਹੀ ਨਹੀਂ ਮੈਂ ਕੌਣ ਆ, ਜਿਹੜਾ ਤੈਨੂੰ ਅੰਦਰੋਂ ਇਹ ਫੀਲ ਹੋਣ ਲੱਗ ਗਿਆ, ਇਹੀ ਕਰਨਾ ਸੀ। ਹੁਣ ਤੈਨੂੰ ਮਰਨ ਦੀ ਲੋੜ ਨਹੀਂ, ਹੁਣ ਹੋਵੇਗੀ ਰਾਮ ਦੇ ਨਾਲ ਗੱਲ। ਬਾਬਾ ਜੀ ਨੇ ਸਿਰ ਦੇ ਉੱਤੇ ਹੱਥ ਰੱਖਿਆ, ਕਿਆ ਬੋਲ ਰਾਮ ਰਾਮ ਰਾਮ, ਜਿਉਂ ਜਪਾਇਆ ਰਾਮ ਰਾਮ, ਲੂੰ ਕੰਡੇ ਖੜੇ ਹੋ ਗਏ। ਉਹ ਹਿਰਦੇ ਵਿੱਚ ਰਾਮ ਹੀ ਅਨੁਭਵ ਹੋਣ ਲੱਗ ਗਿਆ। ਸੋ ਇਹ ਨਿਮਰਤਾ, ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਜਿੱਦਣ ਅਸੀਂ ਸਮਝਣ ਲੱਗ ਜਾਏ ਨਾ ਮੈਂ ਕੁਛ ਵੀ ਨਹੀਂ, ਅੰਦਰਲਾ ਆਪਣਾ ਆਪ ਨਜ਼ਰ ਆ ਜਾਵੇ ਜਿਸ ਦਿਨ ਸਾਨੂੰ, ਉਸੇ ਦਿਨ ਖੇਡਾਂ ਬਣਨੀਆਂ ਨੇ। ਬਾਹਰਲੇ ਤਾਂ ਆਪਣੇ ਆਪਾਂ ਪਤਾ ਨਹੀਂ ਕਿੰਨੇ ਕੁ ਹੰਕਾਰ ਚੱਕੀ ਫਿਰਦੇ, ਪੰਡਾ ਹੀ ਚੱਕੀ ਫਿਰਦੇ ਅਸੀਂ ਸਾਰੇ ਜਾਣੇ। ਮੇਰੀ ਵੀ ਨਾਲ ਹੀ ਗੱਲ ਹੋ ਰਹੀ ਸੰਗਤ ਜੀ, ਆਪਣੀ ਸਾਡੀ ਸਭ ਦੀ ਹੋ ਰਹੀ ਹੈ। ਬਸ ਇਹ ਕਾਨੂੰਨ ਕਹਿੰਦਾ ਵੀ ਜਿਸ ਦਿਨ ਤੂੰ ਆਪਣਾ ਆਪ ਦੇਖ ਲਿਆ, ਔਰ ਤੂੰ ਉਸ ਵਿਰਾਟ ਦੇ ਅੱਗੇ ਝੁਕਿਆ, ਉਹਦੇ ਸਭ ਦੇ ਅੱਗੇ ਹੀ ਹੈ। ਗੁਰੂ ਮਹਾਰਾਜ ਤਾਂ ਕਹਿੰਦੇ ਨੇ ਸਾਰਿਆਂ ਦੀ ਤੂੰ ਰੇਨ ਹੋ ਜਾ, ਕਿਉਂਕਿ ਸਾਰਿਆਂ ਵਿੱਚ ਤਾਂ ਪ੍ਰਭੂ ਪਿਆਰਾ ਵਸਦਾ। ਸਾਰਿਆਂ ਦੀ ਚਰਨਾਂ ਦੀ ਧੂੜੀ ਹੋ ਜਾ, ਜਨਾਂ ਦੀ ਧੂੜੀ ਹੋ ਜਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਸੋ ਇਹ ਨਿਮਰਤਾ ਦਾ ਕਾਨੂੰਨ ਜਿਹੜਾ
ਇਹ ਸਾਨੂੰ ਕਿੱਥੇ ਲੈ ਕੇ ਜਾਂਦਾ ਸੰਗਤ ਜੀ, ਕਿੱਥੇ ਲੈ ਕੇ ਜਾਂਦਾ? ਇਹ ਆਪਣੇ ਆਪ ਤੱਕ ਹੀ ਲੈ ਜਾਂਦਾ ਹੈ। ਸੋ ਜੋ ਹਾਲਾਤ ਪਰਿਸਥਿਤੀਆਂ ਆਏ ਨੇ ਉਹਦੇ ਵਿੱਚ ਵੀ ਮੈਂ ਸਵੀਕਾਰ ਕਰਦਾ ਕਿ ਇਹ ਮੇਰੇ ਹੀ ਕਾਰਨ ਹੋਏ ਨੇ। ਉਦੋਂ ਵੀ ਸਾਡਾ ਹੰਕਾਰ ਝੁਕਦਾ, ਨਹੀਂ ਤਾਂ ਕਹਿੰਦਾ ਮੈਂ, ਮੇਰੇ ਕਾਰਨ ਨਹੀਂ, ਅੱਜ ਮੈਂ ਜਿੱਥੇ ਖੜਾ ਹਾਂ ਮੇਰੇ ਹੀ ਕਾਰਨ ਹੈ। ਬਸ ਇਹ ਜਿਹੜਾ ਨਿਮਰਤਾ ਦਾ ਕਾਨੂੰਨ ਜਿਹੜਾ ਹੈ ਇਹ ਸਾਨੂੰ ਲੈ ਜਾਂਦਾ ਰੱਬ ਦੇ ਤੱਕ। ਗੁਰੂ ਮਹਾਰਾਜ ਕਹਿੰਦੇ ਗਰੀਬੀ ਗਦਾ ਹਮਾਰੀ। ਗਦਾ ਪਤਾ ਨਾ, ਜਿਹੜਾ ਗੁਰਜ, ਇਹ ਗਰੀਬੀ ਮਤਲਬ ਨਿਮਰਤਾ, ਅੰਦਰ ਦੀ ਨਿਮਰਤਾ ਤਾਂ ਗੁਰਜ ਹੈ, ਗੁਰਜ ਰੱਖਿਆ ਕਰਦਾ ਦੁਸ਼ਮਣਾਂ ਤੋਂ। ਫਿਰ ਅੱਗੇ ਕਹਿੰਦੇ ਖੰਡਾ ਕੀ ਆ ਸਾਡਾ, ਆ ਦੱਸ ਰਹੇ ਨੇ ਮਹਾਰਾਜ, ਖੰਨਾ ਰੇਨ ਸਗਲ ਸਾਰੀ, ਸਾਰਿਆਂ ਦੀ ਚਰਨਾਂ ਦੀ ਧੂੜੀ ਹੋ ਜਾ, ਸੰਭਲੇ ਤੇ ਖੰਡਾ ਫੜਿਆ ਹੋਇਆ। ਹੁਣ ਖੰਡੇ ਦੇ ਅੱਗੇ ਕੌਣ ਟਿਕੇਗਾ? ਇਹ ਇੰਨੀ ਜ਼ਿਆਦਾ ਨਿਮਰਤਾ ਸਿਖਾਉਂਦੇ ਨੇ। ਹੁਣ ਕਹਿੰਦੇ ਜਿਹਦੇ ਕੋਲੇ ਨਿਮਰਤਾ ਆ, ਸਾਰਿਆਂ ਦੀ ਚਰਨਾਂ ਦੀ ਜਿਹੜੀ ਧੂੜੀ ਬਣ ਕੇ ਰਹਿੰਦਾ ਅੰਦਰੋਂ, ਤਾਂ ਇਸ ਅੱਗੇ ਕੋ ਨਾ ਟਿਕੇ ਵਿਕਾਰੀ। ਹੁਣ ਨਹੀਂ ਵਿਕਾਰ ਤੇਰੇ ਅੱਗੇ ਠਹਿਰ ਸਕਦੇ, ਅਗਰ ਇਹ ਤੇਰੇ ਕੋਲ ਹਥਿਆਰ ਨੇ ਅੰਦਰਲੇ। ਗੁਰ ਪੂਰੇ ਇਹ ਗੱਲ ਸਾਰੀ, ਪੂਰੇ ਗੁਰੂ ਨੇ ਗੱਲ ਹੀ ਸਮਝਾ ਦਿੱਤੀ ਸਾਨੂੰ। ਤੇ ਦੁੱਖੋ ਸੰਗਤ ਜੀ ਅਸੀਂ ਕਿੱਥੇ ਖੜੇ ਆ, ਤੇ ਮਹਾਰਾਜ ਜੀ ਸਾਨੂੰ ਕਿੱਥੋਂ ਲੈ ਕੇ ਬਸ ਕੱਢਣਾ ਚਾਹੁੰਦੇ ਨੇ ਸਾਰਾ ਕੁਝ ਜਿਹੜਾ ਅਸੀਂ ਮੈਂ ਫਸੇ ਹੋਏ ਹਾਂ। ਸੋ ਕੰਮ ਸਾਨੂੰ ਵੀ ਨਾਲ ਕਰਨਾ ਪੈਣਾ। ਬੇਨਤੀਆਂ ਤਾਂ ਕਰਨੀਆਂ, ਪਰ ਆਪਣੇ ਆਪ ਨੂੰ ਸੈਲਫ ਚੈੱਕ ਕਰੀ ਜਾਣਾ। ਜਦੋਂ ਮੈਂ ਹੰਕਾਰ ਖੜਾ ਹੋਇਆ, ਅੰਦਰ ਹੀ ਬੇਨਤੀਆਂ ਕਰਨੀਆਂ। ਦੂਜਿਆਂ ਨੂੰ ਦਿਖਾਉਣ ਲਈ ਤਾਂ ਅਸੀਂ ਕਹਿੰਦੇ ਆ ਤਾਂ ਦਾਸ ਆ, ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜੀ ਹਾਂ, ਪਰ ਹੈ ਨਹੀਂ। ਇਹ ਦਿਖਣਾ, ਬੋਲਦੇ ਆ ਨਾ ਅਸੀਂ, ਪਰ ਹੈ ਨਹੀਂ ਆ। ਬਸ ਉਹ ਜਿਹੜੇ ਨਹੀਂ ਹੈਗੇ ਉੱਥੇ ਹੁਣ ਤੱਕ ਬੇਨਤੀਆਂ ਕਰ ਕਰਕੇ ਸੈਲਫ ਚੈੱਕ ਅਸੀਂ ਕਰੀ ਹੀ ਜਾਣਾ। ਸੋ ਅਗਲਾ ਜਿਹੜਾ ਕਾਨੂੰਨ ਆ ਉਹ ਹੈਗਾ ਦਾ ਲਾਅ ਆਫ ਗਰੋਥ, ਵਿਕਾਸ ਦਾ ਨਿਯਮ। ਸਾਡੀ ਗਰੋਥ ਕਿਵੇਂ ਹੋਵੇ? ਇੱਕ ਕਾਨੂੰਨ, ਇੱਕ ਰੱਬੀ ਕਾਨੂੰਨ ਜਿਹੜਾ ਹੈ ਇਹ ਸਾਨੂੰ ਜਿਹੜਾ ਸੁਧਾਰ ਰਿਹਾ, ਸਾਡਾ ਕਲਿਆਣ ਕਰ ਰਿਹਾ। ਇਸ ਕਾਨੂੰਨ ਨੂੰ ਕਹਿੰਦੇ ਨੇ, ਜਿਹੜਾ ਗਰੋਥ ਦਾ ਕਾਨੂੰਨ ਹੈ ਨਾ, ਇਹਦੇ ਵਿੱਚ ਇਹ ਕਹਿੰਦੇ ਨੇ ਜੋ ਵੀ ਜੀਵਨ ਦੇ ਵਿੱਚ ਆਉਂਦੇ ਨੇ ਹਾਲਾਤ, ਪਰਿਸਥਿਤੀਆਂ, ਉਹ ਸਾਡੀ ਗਰੋਥ ਲਈ ਹੀ ਆਉਂਦੇ ਨੇ। ਦੁੱਖ ਆਏ ਗਰੋਥ ਲਈ, ਰੋਗ ਆਇਆ ਗਰੋਥ ਦੇ ਲਈ। ਕਿ ਕੋਈ ਰੋਗ ਆਇਆ ਤਾਂ ਅਲਰਟ ਹੋਏ, ਅੱਛਾ ਖਾਣਾ ਸ਼ੁਰੂ ਕਰ ਦਿੱਤਾ, ਐਕਸਰਸਾਈਜ਼ ਸ਼ੁਰੂ ਕਰ ਦਿੱਤੀਆਂ, ਮੈਡੀਸਨ ਲੈਣ ਲੱਗ ਗਿਆ, ਕੁਛ ਨਾ ਕੁਛ ਕਰਨ ਲੱਗ ਗਿਆ ਵੀ ਇਹਨੂੰ ਅਸੀਂ ਠੀਕ ਕਰ ਲਈਏ। ਸੋ ਦੁੱਖ ਆਏ ਤਾਂ ਸਮਝ ਲੱਗ ਗਿਆ ਵੀ ਕੁਛ ਗਲਤ ਬੀਜ ਬੀਜੇ ਸੀ, ਕਿਉਂਕਿ ਪਿਛਲਾ ਕਾਜ਼ ਐਂਡ ਇਫੈਕਟ ਵਾਲਾ ਕਾਨੂੰਨ ਚੱਲੀ ਜਾਣਾ ਨਾਲ, ਉਹਨੂੰ ਦ ਗ੍ਰੇਟਰ ਲਾਅ ਕਿਹਾ। ਸੋ ਉਹ ਕਾਨੂੰਨ ਨਾਲ ਹੀ ਚੱਲਣਾ। ਦੁੱਖ ਆਏ, ਸੁੱਖ ਆਏ ਤਾਂ ਵੀ ਮੈਂ ਹੀ ਬੀਜ ਬੀਜੇ ਸਨ, ਦੁੱਖ ਆਏ ਤਾਂ ਵੀ ਉਹ ਸੁੱਖ ਵੀ ਜਿਹੜਾ ਉਹ ਭੋਗ ਕੇ, ਜਿਹੜਾ ਸਾਡਾ ਕਰਮ ਜਿਹੜੇ ਨੇ ਬੈਲੈਂਸ ਵਿੱਚ ਮਤਲਬ ਕਲੀਅਰ ਹੋ ਜਾਂਦੇ ਨੇ ਸੁੱਖ ਭੋਗ ਕੇ ਵੀ। ਪਰ ਉਹਦੇ ਵਿੱਚ ਇਹ ਦੇਖੀ ਜਾਣਾ, ਸੁੱਖ ਭੋਗਦਿਆਂ ਉਹ 'ਚ ਫਸਣਾ ਨਹੀਂ। ਇਹ ਬਹੁਤ ਜ਼ਰੂਰੀ ਹੈ। ਨਾ ਪਤਾ ਹੈ ਇਹ ਕਰਮਾਂ ਦਾ ਬੀਜ ਆਇਆ, ਸੁੱਖ ਆਇਆ, ਉਹਨੂੰ ਭੋਗ ਲਓ, ਬਸ ਇੱਥੇ ਤੱਕ ਹੀ। ਤਾਂ ਦੁੱਖ ਆਏ ਨੇ, ਇਹ ਵੀ ਜੋ ਵੀ ਜੀਵਨ ਦੇ ਵਿੱਚ ਆਇਆ, ਇੱਥੋਂ ਤੱਕ ਵੀ ਅਗਰ ਕੋਈ ਮੇਰੀ ਬੁਰਾਈ ਕਰ ਰਿਹਾ, ਮੇਰੀ ਚੁਗਲੀ ਕਰ ਰਿਹਾ, ਮੇਰੀ ਕੋਈ ਨਿੰਦਿਆ ਕਰ ਰਿਹਾ ਆ, ਮੇਰੀ ਕੋਈ ਇਨਸਲਟ ਕਰ ਰਿਹਾ ਆ, ਇਹਦੇ ਵਿੱਚ ਵੀ ਹੁਣ ਅੰਦਰਲਾ ਨਾਲ ਦੇਖਣਾ, ਮੇਰੇ ਅੰਦਰ ਕੀ ਚੱਲ ਰਿਹਾ। ਇਹ ਕਾਨੂੰਨ ਕਹਿੰਦਾ ਗਰੋਥ ਵਾਲਾ, ਤੁਸੀਂ ਬਾਹਰੋਂ ਕਿਸੇ ਨੂੰ ਨਹੀਂ ਬਦਲ ਸਕਦੇ, ਪਰ ਤੁਹਾਡੇ ਕੋਲ ਇੰਨੀ ਸ਼ਕਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ। ਸੋ ਕਿਸੇ ਨੂੰ ਨਹੀਂ ਬਦਲਣਾ, ਆਪਣੇ ਆਪ ਨੂੰ ਹੀ ਬਦਲਣਾ ਹੈ। ਜਿਸ ਦਿਨ ਤੁਸੀਂ ਬਦਲਣ ਲੱਗ ਗਏ, ਤੁਹਾਡਾ ਪ੍ਰਭਾਵ ਦੂਸਰਿਆਂ ਤੇ ਵੀ ਪਵੇਗਾ, ਉਹ ਵੀ ਬਦਲ ਜਾਣਗੇ। ਇਹਦੇ ਤੇ ਅਸੀਂ ਜ਼ੋਰ ਹੀ ਨਹੀਂ ਦੇਣਾ ਦੂਸਰੇ ਬਦਲਣ, ਸਿਰਫ ਆਪਣੇ ਆਪ ਨੂੰ ਹੀ ਬਦਲਣਾ ਹੈ। ਆਪਣੇ ਮਨ ਦੇ ਉੱਤੇ ਕੰਮ ਕਰੀ ਜਾਣਾ ਨਾਲ ਨਾਲ। ਜੋ ਕਿੰਨਾ ਜ਼ਿਆਦਾ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਨਾ, ਵੀ ਤੁਸੀਂ ਆਪਣੇ ਆਪ ਨੂੰ ਬਦਲੋ, ਆਪਣੇ ਮਨ ਨੂੰ ਸਾਧੋ। ਕੋਈ ਸਾਡੇ ਨਾਲ ਬੁਰਾ ਕਰ ਰਿਹਾ, ਤੁਸੀਂ ਕਿਹੋ ਜਿਹਾ ਕਰਨਾ। ਸੋ ਆਪਣੇ ਆਪ ਨੂੰ ਬਦਲਣਾ ਦਾ ਮਤਲਬ, ਕੋਈ ਸਾਡੇ ਨਾਲ ਗਲਤ ਕਰ ਰਿਹਾ, ਸਾਰਾ ਕੁਝ ਕਰ ਰਿਹਾ, ਉਹਦੇ ਵਿੱਚ ਤੁਸੀਂ ਆਪਣੀ ਸੋਚ ਦੇਖਣੀ ਆ, ਪਹਿਲਾਂ ਤਾਂ ਚੈੱਕ ਕਰਨਾ, ਚੈੱਕ ਐਂਡ ਚੇਂਜ।
ਇਹ ਸਾਰਾ ਜੀਵਨ ਨਾਲ ਚੱਲੀ ਜਾਣਾ, ਚੈੱਕ ਐਂਡ ਚੇਂਜ, ਸੈਲਫ ਚੈੱਕ ਕਰੀ ਜਾਣੀ, ਆਪਣੇ ਆਪ ਨੂੰ ਬਦਲੀ ਜਾਣਾ। ਜਿਵੇਂ ਹੰਕਾਰ ਸੀ ਚੈੱਕ ਕੀਤਾ, ਨਿਮਰਤਾ ਚਾਹੀ ਜਾਣਾ। ਹੁਣ ਗਰੋਥ ਦੇ ਵਿੱਚ ਵੀ ਕੋਈ ਅਗਲਾ ਕੀ ਕਹਿ ਰਿਹਾ ਹੈ, ਅਸੀਂ ਵੀ ਬਦਲੇ ਵਿੱਚ, ਕੋਈ ਸਾਨੂੰ ਇੱਕ ਸੁਣਾਉਂਦਾ, ਅਸੀਂ 4 ਸੁਣਾਈ ਦੀ ਨਹੀਂ। ਇੱਥੇ ਹੁਣ ਰੁਕਣਾ। ਇਹਨਾਂ ਨੇ 4 ਚੀਜ਼ਾਂ ਕਹੀਆਂ ਨਾਲ ਕਰੋ। ਕਹਿੰਦੇ ਆ ਘੱਟ ਬੋਲੋ, ਸਪੀਕ ਲੈਸ, ਲਿਸਨ ਮੋਰ। ਘੱਟ ਬੋਲਾਂਗੇ ਤਾਂ ਕੁਝ ਗਲਤ ਵੀ ਨਹੀਂ ਬੋਲਿਆ ਜਾਵੇਗਾ ਨਾ, ਸਾਡੀ એનર્ਜੀ ਵੀ ਨਹੀਂ ਵੇਸਟ ਹੋਵੇਗੀ। ਤਾਂ ਕਹਿੰਦੇ ਨੇ ਲਿਸਨ ਮੋਰ, ਜ਼ਿਆਦਾ ਸੁਣੋ। ਫਿਰ ਅਗਲਾ ਕਹਿੰਦੇ ਨੇ ਰਿਐਕਟ ਲੈਸ, ਰਿਐਕਸ਼ਨ ਨਾ ਫਟਾਫਟ ਕਰਨ ਲੱਗ ਜਾਓ, ਘੱਟ ਤੋਂ ਘੱਟ ਕਰੋ। ਔਰ ਚੌਥਾ ਹੈਗਾ ਓਬਜ਼ਰਵ ਮੋਰ, ਓਬਜ਼ਰਵ ਕਰੋ ਵੀ ਇਹ ਸਾਹਮਣੇ ਵਾਲਾ ਅਗਰ ਆਇਆ, ਇਹ ਮੇਰੀ ਇਨਸਲਟ ਕਰ ਰਿਹਾ, ਮੈਨੂੰ ਗਾਲਾਂ ਕੱਢ ਰਿਹਾ, ਮੈਨੂੰ ਦੁਖੀ ਕਰ ਰਿਹਾ, ਤਾਂ ਕਾਰਨ ਤਾਂ ਮੈਂ ਹੀ ਹਾਂ, ਬੀਜ ਤਾਂ ਮੈਂ ਹੀ ਬੀਜੇ ਸੀ, ਇਹ ਤਾਂ ਹੀ ਆਇਆ ਇਹ ਲੈ ਕੇ। ਇਹਨੂੰ ਓਬਜ਼ਰਵ ਕਰਨਾ, ਫਿਰ ਆਪਣੀ ਆਪ ਹੀ ਸ਼ਾਂਤ ਹੋਣ ਲੱਗ ਜਾਵਾਂਗੇ। ਫਿਰ ਜਿਹੜਾ ਉਹ ਸੰਜਮ ਆਈ ਜਾਏਗਾ ਆਪਣੇ ਆਪ ਦੇ ਉੱਤੇ, ਕਿਉਂਕਿ ਕਾਨੂੰਨੀ ਰੱਬੀ ਕਾਨੂੰਨ ਸਾਨੂੰ ਸਮਝ ਆ ਰਹੇ ਨੇ ਹੁਣ। ਇਹ ਕੰਮ ਅਸੀਂ ਨਾਲ ਕਰਨਾ। ਦੇਖੋ ਸਾਨੂੰ ਬਾਬਾ ਕਬੀਰ ਜੀ ਕਿੰਨਾ ਸਮਝਾਉਂਦੇ ਨੇ, ਜਦੋਂ ਸਾਡੇ ਕੋਈ ਨਿੰਦਿਆ ਕਰਦਾ ਕਿੰਨੇ ਅਸੀਂ ਦੁਖੀ ਹੁੰਦੇ ਆ, ਹਨਾ। ਉਹ ਫੋਨ ਕਰ ਕਰਕੇ ਦੂਜਿਆਂ ਨੂੰ ਦੱਸੀਦਾ, ਉਹਨੇ ਮੇਰੇ ਲਈ ਉਹ ਕਿਹਾ, ਉਹ ਕਿਹਾ, ਆਪ ਵੀ 15-20 ਉਹਦੀਆਂ ਕਰ ਦੇਦੀਆਂ ਬੈਠ ਕੇ। ਉਹਨੇ ਤਾਂ ਇੱਕ ਕੀਤੀ ਹੁੰਦੀ, ਅਸੀਂ 15-20 ਕਰਨ ਲੱਗ ਜਾਂਦੇ ਹਾਂ। ਇਹ ਆਪਣਾ ਮੇਲਾ ਸੁਭਾਅ ਜਿਹੜਾ। ਬਾਬਾ ਕਬੀਰ ਜੀ ਕਹਿੰਦੇ ਅਗਰ ਤੁਹਾਡੀ ਕੋਈ ਨਿੰਦਿਆ ਕਰਦਾ ਨਾ, ਤੁਸੀਂ ਖੁਸ਼ ਹੋ ਜਾਓ। ਉਹ ਬਾਬਾ ਜੀ ਕਹਿੰਦੇ ਕਰੋ ਸਾਡੀ ਨਿੰਦਿਆ, ਖੁੱਲੀਆਂ ਛੁੱਟੀਆਂ ਦਿਓ ਲੋਕਾਂ ਨੂੰ, ਕਰੋ ਸਾਡੀ ਨਿੰਦਿਆ। ਕਿੱਦਾਂ ਦੀ? ਉਹ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਲੋਕੋ ਨਿੰਦ ਲਓ ਮੈਨੂੰ। ਬਾਬਾ ਜੀ ਕਿਉਂ ਅਸੀਂ ਕਿਉਂ ਕਹੀਏ ਸਾਨੂੰ ਨਿੰਦ ਲਓ? ਉਹ ਪੁੱਛਣਾ ਹੀ ਹੈ ਨਾ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ, ਬਾਬਾ ਕਬੀਰ ਜੀ ਪਾਸੋਂ, ਕਿਉਂ ਅਸੀਂ ਕਹੀਏ ਨਿੰਦ ਲਓ? ਉਹ ਕਹਿੰਦੇ ਨਿੰਦਾ ਜਨ ਕੋ ਖਰੀ ਪਿਆਰੀ। ਇਹ ਜਨ ਨੂੰ ਹੈ, ਜਿਹੜਾ ਜਨ ਬਣਿਆ ਆ, ਜਿਹੜਾ ਪਰਮਾਤਮਾ ਵੱਲ ਨੂੰ ਜਾ ਰਿਹਾ, ਉਹਦੇ ਚਰਨਾਂ 'ਚ ਜਿਹੜਾ ਝੁਕਿਆ ਹੋਇਆ, ਉਹਨੂੰ ਕਿਉਂਕਿ ਰੱਬੀ ਕਾਨੂੰਨ ਸਮਝਾ ਰਹੇ ਨੇ। ਉਹ ਕਹਿੰਦੇ ਨਿੰਦਾ ਜਨ ਕੋ ਖਰੀ ਪਿਆਰੀ, ਬਹੁਤ ਪਿਆਰੀ ਲੱਗਦੀ ਸਾਨੂੰ ਤਾਂ ਨਿੰਦਾ। ਬਾਬਾ ਜੀ ਕਿਉਂ, ਸਾਨੂੰ ਕਾਹਤੇ ਪਿਆਰੀ ਲੱਗਣ ਲੱਗ ਜਾਵੇ ਨਿੰਦਿਆ? ਬਾਬਾ ਜੀ ਕਹਿੰਦੇ ਨਿੰਦਾ ਬਾਪ ਨਿੰਦਾ ਮਹਤਾਰੀ, ਤਾਂ ਮਾਂ ਬਾਪ ਦੀ ਤਰ੍ਹਾਂ ਆ। ਕਿਉਂਕਿ ਕਈ ਵਾਰ ਅਸੀਂ ਸਮਝਦੇ ਨਹੀਂ ਹੁੰਦੇ ਵੀ ਉਹ ਸਾਡੇ 'ਚ ਗਲਤੀਆਂ ਨੇ ਜਾਂ ਮੇਲਾਂ ਨੇ, ਤੇ ਦੂਸਰਾ ਸਾਡੀ ਕਿਤੇ ਗੱਲ ਕਰ ਦੇਵੇ, ਅਸੀਂ ਤਾਂ ਲੜਾਈ ਨੂੰ ਤਿਆਰ ਹੋ ਜਾਂਦੇ ਆ। ਇੱਕ ਚਾਂਸ ਮਿਲਦਾ ਸੈਲਫ ਚੈੱਕ ਕਰਨ ਦਾ, ਵੀ ਜੋ ਕਹਿ ਰਹੇ ਨੇ ਕਿਤੇ ਉਹ ਸੱਚਾਈ ਤਾਂ ਨਹੀਂ, ਮੈਂ ਵਾਕਿਆ ਹੀ ਬੁਰਾ ਤਾਂ ਨਹੀਂ, ਮੈਂ ਉਹ ਗਲਤ ਰਾਹ ਤੇ ਤਾਂ ਨਹੀਂ ਚੱਲ ਰਿਹਾ। ਤਾਂ ਸੂਖਸ਼ਮ ਤੋਂ ਸੂਖਸ਼ਮ ਚੈਕਿੰਗ ਦਾ ਮੌਕਾ ਮਿਲਦਾ ਜਦੋਂ ਕੋਈ ਸਾਡੀ ਨਿੰਦਿਆ ਕਰਦਾ ਹੈ। ਇਹ ਰਹਾਉ ਦੀ ਪੰਕਤੀ ਹੈ, ਕਹਿੰਦੇ ਮਾਂ ਬਾਪ ਦੀ ਤਰ੍ਹਾਂ ਆ। ਕਿਉਂਕਿ ਜਦੋਂ ਚੈੱਕ ਕਰਾਂਗੇ ਨਿੰਦਾ ਵੀ ਜਿਹੜੀ ਸਾਡੀ ਹੋ ਰਹੀ, ਹਾਂ ਇਹ ਮੈਲ ਹੈ, ਤਾਂ ਮੈਲ ਉਤਰਨ ਲੱਗ ਜਾਏਗੀ, ਆਪਣੇ ਆਪ ਨੂੰ ਸੁਧਾਰਾਂਗੇ। ਇਵੇਂ ਹੈ ਮਾਂ ਬਾਪ ਦੀ ਤਰ੍ਹਾਂ। ਕਹਿੰਦੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਫਿਰ ਤਾਂ ਅਸੀਂ ਬੈਕੁੰਠ ਵਿੱਚ ਜਾਵਾਂਗੇ, ਕਿਉਂਕਿ ਮੈਲਾਂ ਉਤਰਨ ਲੱਗ ਜਾਣਗੀਆਂ ਸਾਡੀਆਂ। ਔਰ ਨਾਲ ਹੋਰ ਵੀ ਕਾਨੂੰਨ ਆ ਸੰਗਤ ਜੀ, ਉਹ ਅੱਗੇ ਹੁਣ ਨਾਲ ਹੀ ਆ ਜਾਣਾ। ਇੱਕ ਤਾਂ ਸਾਨੂੰ ਆਪਣੀਆਂ ਮੈਲਾਂ ਉਤਾਰਨ ਦਾ ਮੌਕਾ ਮਿਲ ਜਾਣਾ, ਚੈੱਕ ਕਰਾਂਗੇ, ਗਲਤੀਆਂ ਦੂਰ ਕਰਾਂਗੇ। ਅੱਗੇ ਉਹ ਕਹਿੰਦੇ ਨੇ ਨਿੰਦਾ ਜਿਹਦੀ ਹੁੰਦੀ ਆ ਨਾ, ਉਹ ਤਾਂ ਨਾਮ ਪਦਾਰਥ ਮਨੇ ਵਸਾਈ। ਅਗਰ ਉਹ ਖੁਸ਼ ਆ ਵੀ ਭਾਈ ਮੇਰੀ ਕਰ ਲਓ ਨਿੰਦਾ, ਤਾਂ ਕਿ ਮੈਂ ਸੁਧਰ ਜਾਵਾਂ, ਮੇਰੀਆਂ ਕਮੀਆਂ ਦੱਸੋ, ਤਾਂ ਉਹ ਨਾਮ ਪਦਾਰਥ ਮਨੇ ਵਸਾਈ, ਉਹਦੇ ਅੰਦਰ ਨਾਮ ਪਦਾਰਥ ਉਹਦੇ ਮਨ ਵਿੱਚ ਵਸਦਾ। ਹਿਰਦੇ ਸੁਧ ਜੋ ਨਿੰਦਾ ਹੋਏ, ਉਹਦਾ ਹਿਰਦਾ ਸ਼ੁੱਧ ਹੋ ਜਾਂਦਾ ਜਿਹਦੀ ਨਿੰਦਾ ਹੋਵੇ। ਹੁਣ ਮੈਲ ਉਤਾਰਨ ਦਾ ਮੌਕਾ ਮਿਲ ਜਾਂਦਾ। ਕੋਈ ਦੱਸੇ ਤਾਂ ਸਹੀ ਸਾਡੀ ਕਮਜ਼ੋਰੀ, ਅਸੀਂ ਤਾਂ 4 ਬਹਾਨੇ, 4 ਨਹੀਂ 100 ਬਹਾਨੇ ਬਣਾ ਕੇ ਦੱਸਾਂਗੇ, ਨਹੀਂ ਨਹੀਂ ਇੱਦਾਂ ਨਹੀਂ, ਮੈਂ ਤਾਂ ਇੱਦਾਂ ਦਾ। ਇਹ ਆਪਣੇ ਸਾਡੇ ਮਨ ਦੀ ਗੱਲ ਹੋ ਰਹੀ ਸੰਗਤ ਜੀ। ਹੁਣ ਉਹ ਕਹਿੰਦੇ ਨੇ ਹਮਰੇ ਕੱਪੜੇ ਨਿੰਦਕ ਧੋਏ। ਹੁਣ ਅਗਲਾ ਕਾਨੂੰਨ ਵੀ ਨਾਲ ਆ ਗਿਆ ਨਿੰਦਾ ਦੇ। ਜਿਹੜਾ ਵੀ ਕੋਈ ਕਿਸੇ ਦੀ ਨਿੰਦਿਆ ਕਰਦਾ, ਉਹਦੀ ਮੈਲ ਤਾਂ ਉਤਾਰਦਾ ਆ, ਕਿਉਂਕਿ ਉਹਨੂੰ ਮੌਕਾ ਮਿਲ ਜਾਂਦਾ ਵੀ ਮੈਂ ਆਪਣੀ ਜਿਹੜੀ ਹੈ ਕਰ ਦੇਵਾਂ, ਸੁਧਾਰ ਲਵਾਂ। ਪਰ ਨਾਲ ਕੀ ਹੁੰਦਾ ਆ, ਕਹਿੰਦੇ ਨਿੰਦਾ ਕਰੇ ਸੋ ਹਮਰਾ ਮੀਤ, ਉਹ ਤਾਂ ਸਾਡਾ ਮਿੱਤਰ ਆ ਨਿੰਦਾ ਕਰਨ ਵਾਲਾ। ਨਿੰਦਕ ਮਾਹੇ ਹਮਾਰਾ ਚੀਤ, ਕਹਿੰਦੇ ਸਾਡਾ ਤਾਂ ਚਿੱਤ ਨਿੰਦਕ ਵਿੱਚ ਆ, ਵੀ ਉਹ ਸਾਡੀ ਦੱਸੇ ਮੈਲ ਤਾਂ ਅਸੀਂ ਉਤਾਰ ਲਈਏ। ਨਿੰਦਕ ਸੋ ਜੋ ਨਿੰਦਾ ਹੋ ਰਹੇ। ਹੁਣ ਇੱਥੇ ਨਿੰਦਕ ਦੱਸਿਆ ਕੌਣ ਆ? ਜਿਹਨੂੰ ਨਿੰਦਿਆ ਹੀ ਕਰਨੀ ਚੰਗੀ ਲੱਗਦੀ, ਉਹ ਨਿੰਦਕ ਆ। ਹਮਰਾ ਜੀਵਨ ਨਿੰਦਕ ਲੋਰੇ। ਨਿੰਦਕ ਚਾਹੁੰਦਾ ਆ, ਐਕਚੁਅਲੀ ਨਿੰਦਕ ਸਾਨੂੰ ਕਿਉਂ ਦੇਖ ਰਿਹਾ? ਉਹ ਸਾਡਾ ਜੀਵਨ ਚਾਹੁੰਦਾ ਆ, ਪਰ ਉਹ
ਸਾਡੀਆਂ ਬੁਰਾਈਆਂ ਹੀ ਦੇਖੀ ਜਾ ਰਿਹਾ, ਸਾਡੀਆਂ ਅੱਛਾਈਆਂ ਨਹੀਂ ਦੇਖ ਰਿਹਾ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਕਹਿੰਦੇ ਸਾਡਾ ਪ੍ਰੇਮ ਪਿਆਰ ਆ, ਨਿੰਦਾ ਤਾਂ ਸਾਡੀ ਉਧਾਰ ਕਰ ਰਹੀ ਆ। ਕਿਉਂਕਿ ਕਹਿੰਦੇ ਜਨ ਕਬੀਰ ਕੋ ਨਿੰਦਾ ਸਾਰ। ਹੁਣ ਦੱਸ ਦਿੱਤਾ ਇਹ ਕਿਤੇ ਕਰਨ ਨਾ ਲੱਗ ਜਾਓ, ਨਿੰਦਾ ਬੜੀ ਵਧੀਆ ਚੀਜ਼ ਆ ਹੈ। ਉਹ ਕਹਿੰਦੇ ਨੇ ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੁੱਬਾ ਹਮ ਉਤਰੇ ਪਾਰ। ਕਿਉਂਕਿ ਜਿਹੜਾ ਮੇਲਾ ਕਿਸੇ ਦੀਆਂ ਦੇਖੀ ਜਾਂਦਾ ਉਹ ਡੁੱਬ ਜਾਂਦਾ ਮੇਲਾ ਹੀ ਹੋ ਕੇ। ਹਮ ਉਤਰੇ ਪਾਰ, ਜਿਹਦੀ ਨਿੰਦਾ ਹੋਈ ਉਹਨੇ ਸਹਾਰ ਲਈ ਔਰ ਉਹਨੇ ਆਪਣੇ ਆਪ ਨੂੰ ਸਾਫ਼ ਕਰ ਲਿਆ, ਉਹਦਾ ਤਾਂ ਕਲਿਆਣ ਹੋ ਗਿਆ। ਹੁਣ ਅੱਜ ਸਾਡੀ ਕੋਈ ਕਮਜ਼ੋਰੀ ਦੱਸ ਦੇਵੇ, ਚਾਹੇ ਘਰ ਦਾ ਹੀ ਮੈਂਬਰ ਦੱਸ ਦੇਵੇ, ਸਾਨੂੰ ਚੰਗਾ ਨਹੀਂ ਲੱਗਦਾ। ਹੁਣ ਤਾਂ ਮਾਂ-ਬਾਪ ਦਾ ਵੀ ਨਹੀਂ ਸਾਨੂੰ ਚੰਗਾ ਲੱਗਦਾ, ਵੱਡੇ ਸਾਨੂੰ ਕੁਝ ਕਹਿ ਦੇਣ ਉਹੀ ਨਹੀਂ ਚੰਗਾ ਲੱਗਦਾ। ਇੱਥੇ ਤੱਕ ਸਾਡੀ ਈਗੋ ਇੰਨੀ ਪ੍ਰਬਲ ਹੋ ਚੁੱਕੀ ਹੈ, ਇੰਨਾ ਹੰਕਾਰੀ ਅਸੀਂ ਹੋ ਚੁੱਕੇ ਹਾਂ। ਸੋ ਦੇਖੋ, ਇਹ ਦੇਖੋ ਗੁਰਬਾਣੀ ਸਾਨੂੰ ਕਿਵੇਂ ਹੈ ਨਹੀਂ, ਇਹ ਸਾਨੂੰ ਨਿਮਰਤਾ ਵਿੱਚ ਵੀ ਲਿਜਾ ਰਹੀ ਹੈ, ਸਾਡੀ ਗਰੋਥ ਵੀ ਕਰ ਰਹੀ ਹੈ। ਬਾਣੀ ਜਿਹੜੀ ਹੈ ਇੱਕ ਇੱਕ ਰੱਬੀ ਕਾਨੂੰਨ ਗੁਰਬਾਣੀ ਵਿੱਚ ਕਿਵੇਂ ਬਰੀਕੀ ਤੋਂ ਬਰੀਕੀ ਪਹਿਲੂ ਦੇ ਨਾਲ ਸਮਝਾਇਆ। ਸੋ ਕਿੰਨਾ ਕੁ ਅਸੀਂ ਨਤਮਸਤਕ ਹੋ ਜਾਈਏ। ਨਤਮਸਤਕ ਹੋਣਾ ਨਹੀਂ ਵੀ ਹੱਥ ਜੋੜ ਜੋੜ ਕੇ ਨਤਮਸਤਕ ਹੋ ਜਾਈਏ, ਉਹ ਤਾਂ ਠੀਕ ਆ, ਪਰ ਸਾਡਾ ਅੰਦਰੋਂ ਹਿਰਦਾ ਜਿਵੇਂ ਹੁਣ ਝੁਕ ਰਿਹਾ ਨਾ, ਦੇਖੋ ਇਹ ਕਿਵੇਂ ਸਾਨੂੰ ਗੁਰਬਾਣੀ ਸਾਨੂੰ ਸਮਝਾ ਰਹੀ ਹੈ, ਇਹ ਨਤਮਸਤਕ ਹੋਣਾ ਹੀ ਹੈ। ਤੇ ਇਹਨਾਂ ਸੰਸਾਰ ਦੇ ਕਲਿਆਣ ਦੇ ਲਈ ਇਹ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕਰ ਦਿੱਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਿੱਤੀ ਸਾਰੇ ਸੰਸਾਰ ਨੂੰ। ਭਾਈ ਇਹ ਰੱਬੀ ਕਾਨੂੰਨ ਨੂੰ ਸਮਝੋ, ਇਹਨਾਂ ਮੁਤਾਬਕ ਜੀਵਨ ਜੀਵੋ, ਤਾਂ ਫਿਰ ਜਿਹੜਾ ਹੈ ਕਲਿਆਣ ਹੋ ਜਾਏਗਾ। ਤੁਸੀਂ ਆਪਣੇ ਰੂਪ ਤੱਕ ਪਹੁੰਚ ਜਾਓਗੇ, ਤੁਸੀਂ ਆਤਮ ਸਰੂਪ ਤੱਕ ਪਹੁੰਚ ਜਾਓਗੇ, ਤੁਸੀਂ ਪਾਰ ਬ੍ਰਹਮ ਪਰਮਾਤਮਾ ਉਹ ਰਾਮ ਦੇ ਨਾਲ ਗੱਲਾਂ ਹੋਣ ਲੱਗ ਜਾਣਗੀਆਂ, ਰਮੇ ਹੋਏ ਰਾਮ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਉਹਦੇ ਵਿੱਚ ਅਭੇਦ ਹੋ ਜਾਓਗੇ। ਗੁਰਬਾਣੀ ਕਲਿਆਣਕਾਰੀ ਹੈ। ਤੇ ਔਰ ਸੰਗਤ ਜੀ ਹੁਣ ਨਾਲ ਜਿਹੜਾ ਨਿਵਾਰਨ ਇਹ ਜ਼ਰੂਰੀ ਹੈ, ਇਹ ਅਸੀਂ ਸਮਝਣੇ ਆ। ਇਹ ਜਿਹੜੀਆਂ ਜੋ ਅਸੀਂ ਕਾਨੂੰਨ ਸਮਝੀ ਜਾ ਰਹੇ ਹਾਂ, ਇਹ ਸਾਰਾ ਇਹ ਨਿਵਾਰਨ ਜਿਹੜੇ ਨਾਲ ਨਾਲ ਸਾਨੂੰ ਸਮਝਾਏ ਜਾ ਰਹੇ ਨੇ ਨਾ ਵੀ ਕਿਵੇਂ ਕਰਨਾ, ਇਹ ਅਸੀਂ ਜ਼ਰੂਰ ਕਰਨਾ। ਪਤਾ ਲੱਗ ਗਿਆ ਜੇ ਅਸੀਂ ਚੱਲੇ ਹੀ ਨਾ ਇਹਦੇ ਤੇ, ਚੈੱਕ ਐਂਡ ਚੇਂਜ, ਚੈੱਕ ਕਰੀ ਜਾਣਾ ਔਰ ਆਪਣੇ ਆਪ ਨੂੰ ਬਦਲੀ ਜਾਣਾ। ਨਾਲ ਬੇਨਤੀਆਂ ਬਹੁਤ ਜ਼ਰੂਰੀ ਨੇ। ਹਾਂ, ਜਿੰਨੀ ਬੇਨਤੀ ਕਰੀ ਜਾਵਾਂਗੇ ਤਾਂ ਉਨਾ ਹੀ ਸਾਡਾ ਜਿਹੜਾ ਕਨੈਕਸ਼ਨ ਵੀ ਗੁਰੂ ਮਹਾਰਾਜ ਨਾਲ ਜੁੜੀ ਜਾਵੇਗਾ ਔਰ ਸਾਡੇ 'ਚ ਬਦਲਾਵ ਵੀ ਆਈ ਜਾਏਗਾ। ਸਾਨੂੰ ਗੁਰੂ ਕੋਲ ਬਲ ਵੀ ਮਿਲੇਗਾ, ਸ਼ਕਤੀ ਵੀ ਮਿਲੇਗੀ ਆਪਣੇ ਸੁਭਾਅ ਨੂੰ ਬਦਲਣ ਦੀ, ਮੈਲਾਂ ਵਿੱਚੋਂ ਨਿਕਲਣ ਦੀ, ਵਿਕਾਰਾਂ ਵਿੱਚੋਂ ਨਿਕਲਣ ਦੀ। ਸਿਧਾਂਤ ਹਮੇਸ਼ਾ ਯਾਦ ਰੱਖੀਏ, ਜੋ ਅਸੀਂ ਬੀਜਦੇ ਹਾਂ ਉਹੀ ਸਾਡੇ ਕੋਲ ਆ ਜਾਂਦਾ ਘੁੰਮ ਫਿਰ ਕੇ। ਜਿਹੜਾ ਹੈ ਨਾ ਗ੍ਰੇਟਰ ਲਾਅ ਆ, ਕਾਜ਼ ਐਂਡ ਇਫੈਕਟ, ਇੱਥੋਂ ਵੀ ਆਪ ਜੀ ਦੇ ਨਾਲ ਨਿੱਕੀ ਜੀ ਇੱਕ ਸਟੋਰੀ ਸ਼ੇਅਰ ਕੀਤੀ ਜਾਵੇ। ਇਹ ਹੈਗੀ ਹੈ ਸੰਗਤ ਜੀ 1994 ਦੀ ਅਮਰੀਕਾ ਦੇ ਵਿੱਚ ਹੋਈ ਸੀ ਘਟਨਾ। ਇਹ ਡਾਕਟਰ ਮਿਲਡੌਨ ਨੇ ਇਹ ਸੁਣਾਈ ਸੀਗੀ। ਅਸੀਂ ਗੈਦਰਿੰਗ ਵਿੱਚ ਸੀਗੇ, ਉਹਦੇ ਮੀਟਿੰਗ ਦੇ ਵਿੱਚ ਡਿਨਰ ਖਾ ਰਹੇ ਸਨ, ਤਾਂ ਉਹਦੇ ਵਿੱਚ ਉਹਨਾਂ ਨੇ ਸੁਣਾਈ, ਜਿਹੜੇ ਉਹਨਾਂ ਦੇ ਕੋਲ ਬੈਠੇ ਸਨ। ਤੇ ਉਹ ਕਹਿੰਦੇ ਨੇ ਕਿ ਇੱਕ ਕੇਸ ਇਹੋ ਜਿਹਾ ਆਇਆ ਕਿ 10ਵੀਂ ਮੰਜ਼ਲ ਤੋਂ ਕਿਸੇ ਨੌਜਵਾਨ ਨੇ ਛਾਲ ਮਾਰੀ ਤੇ ਉਹਦੀ ਡੈਥ ਹੋ ਗਈ ਸੀਗੀ। ਇਹ ਕੇਸ ਇਹਨਾਂ ਦੇ ਕੋਲ ਆਇਆ ਸੀ ਤੇ ਉਹਦੇ ਵਿੱਚ ਉਹਦਾ ਨਾਲ ਸੁਸਾਈਡ ਨੋਟ ਵੀ ਮਿਲਿਆ ਕਿ ਆਪਣੀ ਜ਼ਿੰਦਗੀ ਤੋਂ ਮੈਂ ਨਿਰਾਸ਼ ਹਾਂ ਤੇ ਮੈਨੂੰ ਇਹ ਜੀਵਨ ਚਾਹੀਦਾ ਨਹੀਂ ਤੇ ਮੈਂ ਖੁਦ ਹੀ ਇਸ ਨੂੰ ਖਤਮ ਕਰਨਾ ਚਾਹੁੰਦਾ ਹਾਂ। ਸੋ ਕਿਸੇ ਦੇ ਉੱਤੇ ਕੋਈ ਦੋਸ਼ ਨਾ ਲੱਗੇ, ਮੈਂ ਹੀ ਕਾਰਨ ਹਾਂ ਮੇਰੀ ਮੌਤ ਦਾ। ਪਰ ਜਦੋਂ ਉਹਦੀ ਪੋਸਟਮਾਰਟਮ ਕੀਤਾ ਗਿਆ, ਉਹਦੇ ਵਿੱਚ ਜਿਹੜਾ ਪਤਾ ਲੱਗਿਆ ਵੀ ਇਹਦੀ ਛਾਲ ਮਾਰਨ ਕਾਰਨ ਜਾਂ ਸੁਸਾਈਡ ਕਾਰਨ ਨਹੀਂ, ਉਹਦੇ ਕਾਰਨ ਨਹੀਂ ਡੈਥ ਹੋਈ। ਜਿਹੜੀ ਇਹਨੇ 10ਵੀਂ ਮੰਜ਼ਿਲ ਤੋਂ ਛਲਾਂਗ ਮਾਰੀ ਹੈ, ਉਹਦੇ ਕਾਰਨ ਨਹੀਂ ਡੈਥ ਹੋਈ। ਡੈਥ ਤਾਂ ਹੋਈ ਆ ਵੀ ਇਹਦੇ ਸਿਰ 'ਚ ਗੋਲੀ ਵੱਜੀ ਹੈ, ਉਹਦੇ ਕਾਰਨ ਹੋਈ ਹੈ। ਸੋ ਹੁਣ ਉਹ ਸੁਸਾਈਡ ਨੋਟ ਨੂੰ ਛੱਡ ਕੇ ਉੱਧਰ ਨਹੀਂ ਤਾਂ ਕੇਸ ਉੱਥੇ ਖਤਮ ਹੋ ਜਾਣਾ ਸੀਗਾ। ਹੁਣ ਨਵੀਂ ਭਾਲ ਸ਼ੁਰੂ ਹੋ ਗਈ ਵੀ ਗੋਲੀ ਚੱਲੀ ਤਾਂ ਚੱਲੀ ਕਿੱਥੋਂ, ਤਾਂ ਇਹਦੇ ਵੱਜੀ ਕਿੱਥੋਂ। ਕਿਉਂਕਿ ਉਹਦੇ ਬਿਲਡਿੰਗ ਤੋਂ ਛਾਲ ਮਾਰਨ ਤੇ ਕਿਉਂ ਨਹੀਂ ਡੈਥ ਹੋਈ, ਇਹਨੇ 10ਵੀਂ ਮੰਜ਼ਿਲ ਤੋਂ ਛਾਲ ਮਾਰੀ। 8ਵੀਂ ਮੰਜ਼ਿਲ ਦੇ ਉੱਤੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਬਿਲਡਿੰਗ ਵਿੱਚ, ਤਾਂ ਉਹਨਾਂ ਨੇ ਜਾਲੀ ਲਾਈ ਹੋਈ ਸੀ। ਪਰ ਡੈਥ ਹੋਈ ਹੈ ਉਹ ਉਹਦੇ ਛਾਲ ਮਾਰਨ ਨਾਲ ਨਹੀਂ ਹੋਈ, ਇਹਦੇ ਜੋ ਗੋਲੀ ਵੱਜੀ ਸਿਰ ਵਿੱਚ ਉਹਦੇ ਕਾਰਨ ਹੋਈ। ਹੋਰ ਭਾਲ ਸ਼ੁਰੂ ਹੋਈ, ਫਿਰ ਪਤਾ ਚੱਲਿਆ ਕਿ 9ਵੀਂ ਮੰਜ਼ਿਲ ਤੋਂ ਗੋਲੀ ਜਿਹੜੀ ਹੈ ਉਹ ਚੱਲੀ ਹੈ।
ਉਹ ਕੋਈ ਹਸਬੈਂਡ ਵਾਈਫ ਨੇ, ਪਤੀ ਪਤਨੀ ਨੇ, ਉਹਨਾਂ ਤੱਕ ਪਹੁੰਚਿਆ ਗਿਆ, ਪਹੁੰਚ ਕੀਤੀ। ਤੇ ਉਹ ਪਤੀ ਪਤਨੀ ਦੋਨੋਂ ਕਹਿੰਦੇ ਨੇ ਵੀ ਉਹ ਬੰਦਾ ਕਹਿੰਦਾ ਮੇਰੇ ਕੋਲ ਪਿਸਟਲ ਤਾਂ ਹੈ, ਗੋਲੀ ਤਾਂ ਮੈਂ, ਉਹ ਕਹਿੰਦਾ ਇਹ ਤਾਂ ਸਾਡਾ 30 ਸਾਲ ਦਾ ਕੰਮ ਆ, ਮੈਂ ਤਾਂ ਮੇਰੀ ਵਾਈਫ ਰੋਜ਼ ਹੀ ਲੜਦੇ ਆ ਥੋੜੀ ਜਿਹੀ ਡਰਿੰਕ ਕਰਕੇ, ਔਰ ਹਮੇਸ਼ਾ ਹੀ ਮੇਰਾ ਪਿਸਟਲ ਖਾਲੀ ਰਹਿੰਦਾ, ਮੈਂ ਸਿਰਫ ਇਹਨੂੰ ਡਰਾਉਣ ਲਈ ਇਦਾਂ ਕਰਦਾ ਹੁੰਦਾ। ਤੇ ਉਹਦੀ ਵਾਈਫ ਵੀ ਕਹਿੰਦੀ ਆ, ਕਹਿੰਦੀ ਮੈਨੂੰ ਮਾਰ ਹੀ ਨਹੀਂ ਸਕਦਾ, ਮੇਰੀ ਇੰਨੀ ਕੇਅਰ ਕਰਦਾ, ਇੰਨਾ ਸਾਡਾ ਅੱਛਾ ਰਿਲੇਸ਼ਨ ਚੱਲ ਰਿਹਾ, ਆ ਤਾਂ ਮੈਨੂੰ ਪਤਾ ਹੈ ਥੋੜੇ ਟਾਈਮ ਦੀ ਸਾਡੀ ਇਦਾਂ ਦੀ ਗੱਲ ਹੁੰਦੀ ਆ, ਪਰ ਨੋ ਕਹਿੰਦੀ ਇਹ ਤਾਂ ਮੇਰੀ ਉਮਰ 30 ਸਾਲ ਸਾਨੂੰ ਜਿਹੜਾ ਇਕੱਠਿਆਂ ਰਹਿੰਦਿਆਂ ਨੂੰ ਹੋ ਗਏ ਨੇ, ਤਾਂ ਕਦੀ ਵੀ ਨਹੀਂ ਇਦਾਂ ਦਾ ਹੋ ਹੀ ਨਹੀਂ ਸਕਦਾ, ਇਹਨੇ ਤਾਂ ਗੋਲੀ ਹੀ ਨਹੀਂ ਕਦੀ ਪਾਈ ਪਿਸਟਲ ਦੇ ਵਿੱਚ, ਖਾਲੀ ਹੁੰਦਾ ਇਹਦਾ ਤਾਂ ਪਿਸਟਲ। ਸੋ ਨਵੀਂ ਭਾਲ ਸ਼ੁਰੂ ਹੋ ਗਈ, ਉਹਦੀ ਵਾਈਫ ਵੀ ਕਹਿ ਰਹੀ ਵੀ ਇਹ ਇਦਾਂ ਦਾ ਕੰਮ ਹੀ ਨਹੀਂ ਕਰ ਸਕਦਾ, ਬੰਦਾ ਕਹਿੰਦਾ ਮੈਂ ਕਦੀ ਅੱਜ ਤੱਕ ਨਹੀਂ ਇਵੇਂ ਕੰਮ ਕੀਤਾ। ਨਵੀਂ ਭਾਲ ਸ਼ੁਰੂ ਹੋਈ ਤਾਂ ਇੱਕ ਹੋਰ ਵਿਟਨੈਸ ਸਾਹਮਣੇ ਆਇਆ, ਉਹਨੇ ਦੱਸਿਆ ਕਿ ਉਹ ਜਿਹੜਾ ਨੌਜਵਾਨ ਮੁੰਡਾ ਮਰਿਆ, ਉਹਦਾ ਥੋੜਾ ਫਰੈਂਡ ਸੀ, ਬਹੁਤ ਜ਼ਿਆਦਾ ਤੇ ਨਹੀਂ ਪਰ ਥੋੜਾ ਫਰੈਂਡ ਸੀਗਾ। ਉਹਨੇ ਦੱਸਿਆ ਵੀ ਹਾਂ ਉਹ ਮੁੰਡਾ ਜਿਹੜਾ ਮਰਿਆ ਉਹਨੂੰ ਐਡਿਕਸ਼ਨ ਹੋ ਚੁੱਕੀ ਸੀ ਡਰੱਗਸ ਦੀ, ਔਰ ਉਹਦਾ ਆਪਣੀ ਮਾਂ ਦੇ ਨਾਲ ਝਗੜਾ ਹੋਇਆ ਸੀ ਥੋੜੇ ਦਿਨ ਪਹਿਲਾਂ, ਤਾਂ ਉਹਨੇ ਆਪਣੀ ਮਾਂ ਕੋਲੋਂ ਪੈਸੇ ਮੰਗਦਾ ਸੀ ਨਸ਼ਿਆਂ ਦੇ ਲਈ। ਮਾਂ ਕਹਿੰਦੀ ਆ ਤੈਨੂੰ ਬਹੁਤ ਦੇਤੇ, ਅੱਜ ਤੋਂ ਤੇਰੇ ਬਿਲਕੁਲ ਪੈਸੇ ਬੰਦ, ਕੋਈ ਕੰਮ ਕਰ, ਉਹ ਕਰ, ਹੁਣ ਤੈਨੂੰ ਅਸੀਂ ਪੈਸੇ ਨਹੀਂ ਦੇਣੇ। ਸੋ ਉਹ ਹੁਣ ਨਸ਼ੇੜੀ ਜਿਹੜਾ ਹੁੰਦਾ ਹੈ ਉਹਨੂੰ ਫਿਰ ਉਦੋਂ ਮਾਂ ਥੋੜੀ ਦਿਸਦੀ ਆ, ਉਹਨੂੰ ਗੁੱਸਾ ਆ ਗਿਆ, ਉਹਨੇ ਫਿਰ ਕੀ ਕੀਤਾ, ਉਹਨੂੰ ਪਤਾ ਸੀ ਰੋਜ਼ ਪਿਓ ਮੇਰਾ ਇਉਂ ਕਰਦਾ ਆ, ਤੇ ਉਹਨੇ ਪਿਸਟਲ ਦੇ ਵਿੱਚ ਗੋਲੀ ਜਿਹੜੀ ਉਹ ਪਾ ਦਿੱਤੀ ਵੀ ਜਦੋਂ ਸ਼ਾਮ ਨੂੰ ਇਵੇਂ ਕਰਨਗੇ ਤਾਂ ਮੇਰਾ ਪਿਓ ਗੋਲੀ ਮਾਰੇ ਤਾਂ ਮਾਂ ਜਿਹੜੀ ਮਰ ਜਾਵੇ। ਸੋ ਉਹਨਾਂ ਦਾ ਹੀ ਪੁੱਤਰ ਸੀ। ਸੋ ਉਹਨੇ ਜਦੋਂ ਫਿਰ ਉਹ ਪਿਓ ਨੇ ਤਾਂ ਆਪਣੇ ਹਿਸਾਬ ਨਾਲ ਫਨ ਕਰਦਾ ਸੀਗਾ, ਤਾਂ ਉਹਨੇ ਉਹ ਜੋ ਕੀਤੀ ਤਾਂ ਉਹ ਫਿਰ ਗੋਲੀ ਜਿਹੜੀ ਮਾਰੀ ਉਹ ਵੱਜ ਗਈ, ਉਹ ਮੁੰਡਾ ਮਰ ਗਿਆ। ਸੋ ਬੀਜਿਆ ਉਹਨੇ ਕਿਨੇ, ਆਪੇ ਬੀਜ ਆਪੇ ਹੀ ਖਾਹ ਵਾਲਾ ਸਿਧਾਂਤ। ਗੋਲੀ ਤਾਂ ਉਹਨੇ ਪਾਈ ਸੀ ਵੀ ਮਾਂ ਨੂੰ ਮਾਰ ਦਿੱਤਾ ਜਾਵੇ, ਪਰ ਖੁਦ ਹੀ ਮਰ ਗਿਆ ਉਸ ਗੋਲੀ ਦੇ ਨਾਲ। ਸੋ ਇਹ ਅਸੀਂ ਬਹੁਤ ਧਿਆਨ ਰੱਖਣਾ ਵੀ ਘੁੰਮ ਫਿਰ ਕੇ ਸਾਡੇ ਕਰਮ ਹੀ ਸਾਡੇ ਕੋਲ ਆ ਜਾਂਦੇ ਨੇ ਕਿਸੇ ਵੀ ਰੂਪ ਦੇ ਵਿੱਚ। ਇਤਿਹਾਸ ਵੀ ਭਰਿਆ ਪਿਆ, ਜਿਹੜੀਆਂ ਸਾਨੂੰ ਇੰਨੀਆਂ ਸਾਖੀਆਂ ਜਿਹੜੀਆਂ ਨੇ ਸਮਝਾਈਆਂ ਜਾਂਦੀਆਂ ਨੇ, ਉਹ ਜਿਹੜੀ ਬਾਜ ਤੇ ਤਿੱਤਰ ਵਾਲੀ ਸਾਖੀ ਆਪ ਜੀ ਅਕਸਰ ਸੁਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਉਹ ਜਿਹੜਾ ਬਾਜ ਸੀ ਉਹ ਤੋੜ ਤੋੜ ਕੇ ਤਿੱਤਰ ਨੂੰ ਖਾ ਰਿਹਾ ਸੀ, ਤਾਂ ਸਿੱਖ ਭਾਈ ਦਾਨ ਸਿੰਘ ਜੀ ਨੇ ਪੁੱਛਿਆ ਮਹਾਰਾਜ ਜੀ ਇਹ ਤੁਸੀਂ ਕੀ ਕੌਤਕ ਦੇਖ ਰਹੇ ਹੋ, ਕਿਉਂਕਿ ਸਿੱਖ ਤਾਂ ਜਾਣਦੇ ਨੇ ਵੀ ਇਹ ਤਾਂ ਕੋਈ ਕੌਤਕ ਹੈ, ਗੁਰੂ ਦੀ ਕਿਰਪਾ ਨਾਲ ਵਰਸ ਰਿਹਾ, ਮਹਾਰਾਜ ਜੀ ਕੀ ਦੇਖ ਰਹੇ ਹੋ। ਉੱਥੇ ਮਹਾਰਾਜ ਨੇ ਦੱਸਿਆ ਸੀ ਵੀ ਜਿਹੜਾ ਤਿੱਤਰ ਤੇ ਜਿਹੜਾ ਬਾਜ ਆ, ਸੋ ਇਹ ਜਿਹੜਾ ਤਿੱਤਰ ਆ ਇਹ ਪਿਛਲੇ ਜਨਮ ਵਿੱਚ ਜੱਟ ਸੀ, ਜਿਹੜਾ ਬਾਜ ਆ ਇਹ ਬਾਣੀਆ ਸੀ। ਸੋ ਉਹਨੇ ਜਿਹੜਾ ਜੱਟ ਆ ਉਹਨੇ ਬਾਣੀਏ ਦੇ ਕੋਲੋਂ ਪੈਸਾ ਉਧਾਰ ਲਿਆ, ਤੇ ਬਾਣੀਏ ਜਿਹੜਾ ਉਹ ਵਿਟਨੈਸ ਰੱਖਦੇ ਹੁੰਦੇ ਵੀ ਜਾਮਣ ਦਿਓ, ਹਨਾ, ਕੋਈ ਗਵਾਹੀ ਦਿਓ, ਤਾਂ ਇਹ ਅੱਗਿਓਂ ਕਹਿੰਦਾ ਆ ਕਿ ਮੇਰਾ ਗੁਰੂ ਗੋਬਿੰਦ ਸਿੰਘ ਜੀ ਇਹ ਮੇਰੀ ਗਵਾਹੀ ਹੈ, ਮੇਰਾ ਗੁਰੂ ਹੀ ਮੇਰੀ ਗਵਾਹੀ ਹੈ, ਸੋ ਮੈਂ ਤੇਰੇ ਪੈਸੇ ਮੋੜ ਦੇਵਾਂਗਾ ਇੰਨੇ ਟਾਈਮ 'ਚ। ਸੋ ਪੈਸੇ ਉਹਨੇ ਮੋੜੇ ਨਹੀਂ, ਉਹਦਾ ਕੰਮ ਵੀ ਚੱਲ ਪਿਆ, ਸਾਰਾ ਕੁਝ ਹੋ ਗਿਆ, ਪੈਸਾ ਵਾਪਸ ਆ ਗਿਆ ਉਹਦੇ ਕੋਲ। ਚੰਗਾ ਬਾਣੀਆਂ ਬਾਰ-ਬਾਰ ਚੱਕਰ ਉਹਦੇ ਲਾਈ ਜਾਵੇ ਵੀ ਮੇਰੇ ਪੈਸੇ ਦੇ ਦੇ, ਪੈਸੇ ਦੇ ਦੇ, ਪੈਸੇ ਦੇ ਦੇ, ਹੁਣ ਤੇਰਾ ਸਾਰਾ ਕਾਰੋਬਾਰ ਠੀਕ ਚੱਲ ਰਿਹਾ ਆ। ਤਾਂ ਉਹ ਅੱਗਿਓਂ ਜੱਟ ਕਹਿੰਦਾ ਕਿੱਥੇ ਲਿਖਤੇ ਆ, ਮੈਂ ਕਿੱਥੇ ਲਿਖਿਆ ਮੈਂ ਤੇਰੇ ਕੋਲ ਪੈਸੇ ਲਏ ਨੇ। ਸੋ ਮੁੱਕਰ ਗਿਆ। ਤਾਂ ਉਹਨੇ ਕਿਹਾ ਵੀ ਲਿਖ ਤਾਂ ਕਿਤੇ ਨਹੀਂ, ਪਰ ਤੂੰ ਆਪਣੇ ਗੁਰੂ ਦੀ ਜਾਮਣੀ ਪਾਈ ਸੀ, ਚੰਗਾ ਫਿਰ ਹੁਣ ਮੈਂ ਗੁਰੂ ਹੀ ਆ ਹੁਣ ਵਿੱਚ ਹਿਸਾਬ ਕਿਤਾਬ। ਸੋ ਹੁਣ ਗੁਰੂ ਦਾ ਤਾਂ ਕਾਨੂੰਨ ਫਿਰ ਇਹੀ ਕਹਿੰਦਾ ਜੇ ਤੂੰ ਬੀਜਿਆ ਉਹ ਤੋਂ ਵੱਢ। ਫਿਰ ਉਹ ਫਿਰ ਜਿਹੜਾ ਬਾਝ ਬਣ ਗਿਆ ਬਾਣੀਆਂ, ਤੇ ਜਿਹੜਾ ਤਿੱਤਰ ਸੀ ਉਹ ਫਿਰ ਕੌਣ ਸੀ, ਜੱਟ ਸੀਗਾ। ਉਹਨੂੰ ਫਿਰ ਉਹਨੂੰ ਨੋਚ ਨੋਚ ਕੇ ਖਾਧਾ, ਕਿਉਂਕਿ ਉਹਦਾ ਵੀ ਓਨਾ ਹੀ ਬੰਦਾ ਕਿੰਨਾ ਉਦੋਂ ਦੁਖੀ ਹੁੰਦਾ ਜਦੋਂ ਕਿਸੇ ਨੇ ਪੈਸਾ ਲਿਆ ਹੋਵੇ ਔਰ ਉਹਦਾ ਕੋਈ ਮਾਰ ਲਵੇ। ਇੱਕ ਹੁੰਦੀ ਮਜਬੂਰੀ ਆ ਵੀ ਸਾਡੇ ਕੋਲ ਹੈ ਨਹੀਂ, ਮੋੜਿਆ ਨਹੀਂ ਜਾ ਰਿਹਾ, ਦੇਣਾ ਚਾਹੁੰਦੇ ਆ। ਇੱਕ ਹੁੰਦਾ ਸਾਡੇ ਕੋਲ ਹੁੰਦਾ ਵੀ ਅਸੀਂ ਜਾਣ ਕੇ ਮਾਰ ਲੈਂਦੇ ਆ, ਤਾਂ ਉਹ ਫਿਰ ਇਵੇਂ ਭੋਗਣਾ ਪੈਂਦਾ। ਸੋ ਬਹੁਤ ਇਤਿਹਾਸ ਦੀਆਂ ਸਾਖੀਆਂ ਨੇ ਸੰਗਤ ਜੀ, ਪਰ ਸਾਨੂੰ ਬਾਣੀ ਵਿੱਚੋਂ ਇੰਨੀ ਸਮਝ ਆ ਰਹੀ ਵੀ ਜੋ ਅਸੀਂ ਬੀਜਣਾ ਉਹੀ ਸਾਡੇ ਕੋਲ ਆਉਣਾ ਆ। ਤੇ ਮੈਂ ਹੀ ਜਿਹੜਾ ਹੈ ਕ੍ਰਿਸ਼ਨ ਮੈਂ ਹੀ ਕਰਦਾ ਆਪਣੇ ਕਰਮਾਂ ਦੀ, ਤੇ ਅੱਜ ਤੋਂ ਮੈਂ ਚੰਗੇ ਕਰਮ ਬੀਜਣੇ ਨੇ। ਸਾਡੀ ਸੋਚ, ਸਾਡੇ ਬੋਲ ਔਰ ਸਾਡੇ ਸ਼ਬਦ। ਤੀਸਰਾ ਨਿਮਰਤਾ ਭਾਵ ਵਿੱਚ ਰਹਿਣਾ ਆ, ਹਨਾ, ਸਵੀਕਾਰ ਕਰਨਾ ਆਪਣੀਆਂ ਕਮੀਆਂ ਕਮਜ਼ੋਰੀਆਂ ਨੂੰ, ਉਹਨਾਂ ਨੂੰ ਦੇਖਣਾ ਆ ਔਰ ਉਹਨਾਂ ਨੂੰ ਬਦਲਣਾ ਹੈ, ਚੈੱਕ ਐਂਡ ਚੇਂਜ। ਤੇ ਚੌਥਾ ਜਿਹੜਾ ਗਰੋਥ ਸਾਡੀ ਹੋ ਰਹੀ ਹੈ, ਜੋ ਵੀ ਸਾਡੇ ਜੀਵਨ ਵਿੱਚ ਦੁੱਖ ਆਉਂਦੇ ਨੇ ਇਹ ਸਾਨੂੰ ਪੋਲਿਸ਼ ਕਰਦੇ ਨੇ,
ਸਾਨੂੰ ਤਕੜਾ ਕਰਦੇ ਨੇ, ਸਾਡੇ ਵਿੱਚ ਸ਼ਕਤੀ ਭਰਦੇ ਨੇ ਔਰ ਸਾਨੂੰ ਦੇਖਣ ਦਾ ਮੌਕਾ ਦਿੰਦੇ ਨੇ ਵੀ ਤੂੰ ਹੀ ਕੁਛ ਗਲਤ ਬੀਜਿਆ ਸੀ, ਇਸੇ ਕਾਰਨ ਤੇਰੇ ਕੋਲ ਆ ਗਿਆ। ਤੇ ਹੁਣ ਸਾਡੀ ਜਿਹੜੀ ਹੈ ਸੈਲਫ ਗਰੋਥ ਇਹਦੇ ਨਾਲ ਹੋ ਰਹੀ ਆ, ਅਗਰ ਅਸੀਂ ਕਾਨੂੰਨਾਂ ਨੂੰ ਸਮਝਦੇ ਹਾਂ ਤਾਂ। ਨਹੀਂ ਤਾਂ ਅਸੀਂ ਫਿਰ ਕੀ ਦੁਖੀ ਰਵਾਂਗੇ। ਨਹੀਂ ਤਾਂ ਸਾਡੇ ਵਿੱਚ ਸਵੀਕਾਰ ਕਰਾਂਗੇ, ਐਕਸੈਪਟੈਂਸ ਆ ਜਾਵੇਗੀ ਵੀ ਮੇਰੇ ਹੀ ਕਾਰਨ ਹੋਇਆ, ਮੈਨੂੰ ਹੁਣ ਭੁਗਤਣਾ ਪੈਣਾ। ਹੁਣ ਮੈਂ ਸੰਗਤ ਕਰਾਂ, ਨਾਮ ਜਪਾਂ, ਬੰਦਗੀ ਕਰਾਂ, ਸੇਵਾ ਸਿਮਰਨ ਕਰਾਂ, ਤਾਂ ਕੰਪਨੀ ਮੇਰੀ ਅੱਛੀ ਰਵੇ। ਇਹ ਅਸੀਂ ਹੁਣ ਇਹਨਾਂ ਚੀਜ਼ਾਂ ਦਾ ਨਾਲ ਧਿਆਨ ਰੱਖਣਾ, ਤਾਂ ਕਿ ਜਿਹੜਾ ਹੈ ਅਸੀਂ ਵਧੀਆ ਜੀਵਨ ਇੰਜੋਏ ਕਰਦੇ ਹਾਂ, ਆਨੰਦਮਈ ਜੀਵਨ ਜੀ ਪਾਈਏ। ਸੰਗਤ ਜੀ, ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਜੀ ਸਾਰੀ ਸੰਗਤ ਬਖਸ਼ ਦੇਣਾ ਔਰ ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ। ਤੁਹਾਡੀਆਂ ਅਸੀਸਾਂ ਦਾ ਸਦਕਾ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ। ਕੋਟਾਨ ਕੋਟਾਨ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।